ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲੈ ਕੇ ਹਾਜ਼ਰ ਹਾਂ ਖਬਰ ਪੜਤਾਲ। ਇਸ ਪ੍ਰੋਗਰਾਮ ਦੇ ਵਿੱਚ ਖਾਸ ਮਸਲਿਆਂ ਦੇ ਉੱਤੇ ਖਾਸ ਚਰਚਾ ਹੁੰਦੀ ਹੈ ਤੇ ਅੱਜ ਵੀ ਉਸੇ ਤਰ੍ਹਾਂ ਦੇ ਮਸਲੇ ਲੈ ਕੇ ਹਾਜ਼ਰ ਹਾਂ। ਅੱਜ ਦਾ ਦਿਨ ਤੇ ਕੱਲ ਦਾ ਦਿਨ, ਇਹ ਦੋ ਦਿਨ ਚਰਚਾ ਦੇ ਵਿੱਚ ਰਹੇ ਨੇ। ਅੱਜ ਦਾ ਦਿਨ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਕੇਂਦਰ ਦੇ ਨਾਲ ਕਿਸਾਨਾਂ ਦੀ ਬੈਠਕ ਹੈ ਤੇ ਕੱਲ ਦਾ ਦਿਨ ਇਸ ਕਰਕੇ ਚਰਚਾ 'ਚ ਰਿਹਾ ਹੈ ਕਿਉਂਕਿ ਦਿੱਲੀ, ਜਿਹਨੂੰ NCR ਕਿਹਾ ਜਾਂਦਾ ਹੈ, ਉਹਨੂੰ ਟਰੈਕਟਰ ਸਿਟੀ ਦੇ ਵਿੱਚ ਕਿਸਾਨਾਂ ਨੇ ਤਬਦੀਲ ਕੀਤਾ ਹੈ। ਸੋ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਦੀ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਸਕਦਾ ਹੈ। ਕੱਲ ਦੇ ਅੰਦੋਲਨ ਦੇ ਦੌਰਾਨ ਗੋਦੀ ਮੀਡੀਆ ਨੂੰ ਵੀ ਕਿਸਾਨਾਂ ਦੇ ਵੱਲੋਂ ਨਾਅਰਿਆਂ ਦੇ ਜ਼ਰੀਏ ਰੋਡ ਤੋਂ ਹਟਾਇਆ ਗਿਆ, ਇਸ ਦੇ ਉੱਤੇ ਵੀ ਟਿੱਪਣੀ ਡੱਲਾ ਸਾਹਿਬ ਦੀ ਲਵਾਂਗੇ ਤੇ ਵੱਖੋ ਵੱਖਰੇ ਮਸਲੇ ਨੇ, ਚਰਚਾ ਕਰਾਂਗੇ। ਪਹਿਲਾਂ ਡੱਲਾ ਜੀ ਹੁਣਾਂ ਦਾ ਸਵਾਗਤ ਕਰਾਂਗੇ, ਫਿਰ ਅੱਗੇ ਵਧਾਂਗੇ ਚਰਚਾ ਦੇ ਵੱਲ। ਡੱਲਾ ਸਵਾਗਤ ਹੈ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਕੱਲ ਦੀ ਟਰੈਕਟਰ ਰੈਲੀ ਨੂੰ ਕਿੱਦਾਂ ਵੇਖ ਰਹੇ ਹੋ ਜੋ ਹੋਈ ਹੈ, ਜਿੱਦਾਂ ਦਾ ਉੱਥੇ ਪ੍ਰਭਾਵ ਰਿਹਾ, ਜਿੱਡਾ ਇਕੱਠ ਰਿਹਾ, ਉਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ ਗਗਨ, ਬੜਾ ਤੁਸੀਂ ਅਹਿਮ ਸਵਾਲ ਪੁੱਛਿਆ। 50,000 ਤੋਂ ਲੈ ਕੇ 1 ਲੱਖ ਦੇ ਦਰਮਿਆਨ ਸਿਰਫ ਦਿੱਲੀ ਦੇ ਵਿੱਚ ਟਰੈਕਟਰ ਹੋਣਗੇ, ਮੇਰਾ ਅੰਦਾਜ਼ਾ ਹੈ ਜਿਹੜਾ। ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਦੁਨੀਆ ਦੀ ਕੋਈ ਤਾਕਤ ਇਹਨਾਂ ਟਰੈਕਟਰਾਂ ਦੀ ਗਿਣਤੀ ਨਹੀਂ ਕਰ ਸਕਦੀ ਵੀ ਕਿੰਨੇ ਹੋਣਗੇ। 1,50,000 ਤੋਂ 1 ਲੱਖ ਤਾਂ ਦਿੱਲੀ 'ਚ, ਔਰ ਲੱਖਾਂ ਟਰੈਕਟਰ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਜ ਰੈਲੀਆਂ 'ਚ ਚੱਲੇ ਨੇ। ਪੰਜਾਬ 'ਚ ਕਿੰਨੀ ਥਾਈਂ ਟਰੈਕਟਰ ਰੈਲੀ ਹੋਈ ਹੈ, ਹਰਿਆਣੇ 'ਚ ਹੋਈ ਹੈ, UP 'ਚ, ਬਿਹਾਰ 'ਚ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਕਈ ਥਾਵਾਂ ਦੇ ਉੱਤੇ ਟਰੈਕਟਰ ਰੈਲੀਆਂ ਹੋਈਆਂ ਨੇ। ਔਰ ਸਿਰਫ ਦਿੱਲੀ 'ਚ 50,000 ਤੋਂ 1 ਲੱਖ ਦੇ ਕਰੀਬ ਵੱਖ-ਵੱਖ ਇਲਾਕਿਆਂ 'ਚ ਅੱਜ ਟਰੈਕਟਰਾਂ ਨੇ ਰੈਲੀ ਕੀਤੀ। ਕੱਲ ਟਰੈਕਟਰਾਂ ਨੇ ਰੈਲੀ ਕੀਤੀ। ਤਿਰੰਗੇ ਝੰਡੇ ਲੱਗੇ ਹੋਏ ਸੀ, ਸਾਡੇ ਕਿਸਾਨੀ ਝੰਡੇ ਲੱਗੇ ਹੋਏ ਸੀ। ਔਰ ਇੰਜ ਲੱਗਦਾ ਹੈ ਗਗਨ ਕਿ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਦਾ ਇਹ ਸੈਂਪਲ ਸੀ। ਜਿਵੇਂ ਆਪਾਂ ਕਿਸੇ ਨੂੰ ਸਪਲਾਈ ਭੇਜਣੀ ਹੁੰਦੀ ਹੈ ਕਣਕ ਦੀ, ਮੁੱਠੀ ਭਰ ਕੇ ਦੇ ਦਿੰਦੇ ਆ ਵੀ ਇਸ ਤਰੀਕੇ ਦੀ ਕਣਕ ਹੋਊਗੀ, ਦਿਖਾਉਂਦੇ ਆ। 4 ਸੇਬ ਭੇਜ ਦਿੰਦੇ ਨੇ ਹਿਮਾਚਲ ਵਾਲੇ ਵੀ ਆਹ ਸਾਡੇ ਸੇਬਾਂ ਦੀ ਪ੍ਰੋਡਕਸ਼ਨ ਹੈ। ਜਾਂ ਆਪਣਾ ਕੋਈ ਸਪੇਅਰ ਪਾਰਟ ਬਣਦਾ ਤੇ ਆਪਾਂ ਸੈਂਪਲ ਹੀ ਭੇਜ ਦਿੰਦੇ ਆ ਸਪੇਅਰ ਪਾਰਟ। ਇਹ ਇੱਕ ਤਰੀਕੇ ਦਾ ਸੈਂਪਲ ਸੀ ਵੀ 26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਕਿਵੇਂ ਮਨਾਉਣਗੇ। ਔਰ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਡਾ ਗਣਤੰਤਰ ਲਿਖਿਆ ਸੀ, ਉਹਨਾਂ ਨੂੰ ਵੀ ਉਸ ਦਿਨ ਯਾਦ ਕੀਤਾ ਜਾਊਗਾ ਕਿਉਂਕਿ ਉਹਨਾਂ ਨੇ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ ਸੀ ਕਿ ਸਾਰੇ ਧਰਮਾਂ ਦਾ ਇਸ ਸੰਵਿਧਾਨ 'ਚ ਬਰਾਬਰ ਦਾ ਹਿੱਸਾ ਹੈ, ਮੁਲਕ 'ਚ ਬਰਾਬਰ ਦੇ ਹੱਕ ਨੇ ਸਾਰਿਆਂ ਨੂੰ, ਔਰ ਮਿਲ ਜੁਲ ਕੇ ਸਾਰੇ ਇਸ ਲੋਕਤੰਤਰ ਦਾ ਗਣਤੰਤਰ ਦਿਹਾੜਾ ਮਨਾਉਣਗੇ। ਸੋ ਕਿਸਾਨ ਵੀ ਹੁਣ 26 ਜਨਵਰੀ ਨੂੰ, ਮੈਨੂੰ ਇਹ ਲੱਗਦਾ ਕਿ ਘੱਟੋ ਘੱਟ 26 ਜਨਵਰੀ ਨੂੰ ਗਗਨ ਜਿਸ ਤਰੀਕੇ ਦਾ ਇਹ ਸੈਂਪਲ ਸੀ ਜੀ, ਸੋ ਸੈਂਪਲ ਦਾ 10-15 ਗੁਣਾ ਤਾਂ ਮੈਂ ਮੰਨਦਾ, 15-20 ਲੱਖ ਟਰੈਕਟਰ ਤਾਂ ਮੈਂ ਮਹਿਸੂਸ ਕਰਦਾ ਕਿ ਕਿਸਾਨ ਚਾਹਣਗੇ ਵੀ ਅਸੀਂ ਲੈ ਜਾਈਏ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਅਸੀਂ ਮਨਾਈਏ। ਠੀਕ ਹੈ, ਸਰਕਾਰ ਦਾ ਸਮਾਗਮ ਆਪਣਾ ਚੱਲਦਾ ਰਹਿਣਾ ਹੈ ਕਿਉਂਕਿ ਟਰੈਕਟਰਾਂ ਦੀਆਂ ਲਾਈਨਾਂ ਤਾਂ ਉਸ ਦਿਨ ਦਿੱਲੀ ਤੋਂ ਸ਼ੁਰੂ ਹੋ ਕੇ ਮੈਨੂੰ ਲੱਗਦਾ ਆ ਸ਼ੰਭੂ ਬਾਰਡਰ ਜਾਂ ਪਟਿਆਲੇ ਤੱਕ ਹੀ ਆ ਪਹੁੰਚਣੀਆਂ। ਇੱਥੋਂ ਇਹ ਨਾ ਹੋਵੇ ਚੰਡੀਗੜ੍ਹ ਤੋਂ ਲੈਣਾ ਲੱਗੀਆਂ ਹੁਣ ਦਿੱਲੀ ਤੱਕ ਨੂੰ, ਤੇ ਉਧਰ UP 'ਚੋਂ ਲੱਗੀਆਂ ਹੁਣ ਲਖਨਊ ਵਾਲੇ ਪਾਸਿਓਂ, ਤੇ ਉਧਰ ਬਿਹਾਰ 'ਚੋਂ ਆ ਰਹੀਆਂ ਹੁਣ ਲਾਈਨਾਂ, ਆ ਰਾਜਸਥਾਨ ਤੋਂ ਜੈਪੁਰ ਤੋਂ ਲੈਣਾ ਲੱਗੀਆਂ ਹੁਣ ਦਿੱਲੀ ਤੱਕ। ਇਹ ਵੀ ਤਸਵੀਰਾਂ ਬਣ ਸਕਦੀਆਂ ਨੇ ਕਿਉਂਕਿ ਜਦੋਂ ਕਿਸਾਨ ਆਪਣੇ ਹੱਕ ਤੇ ਸੱਚ ਲਈ ਆਉਂਦਾ ਨਾ ਗਗਨ, ਤੇ ਫਿਰ ਕੁਝ ਵੀ ਅਸੰਭਵ ਨਹੀਂ ਹੈ। ਜਿਸ ਕਿਸਾਨ ਨੇ ਪੂਰੇ ਮੁਲਕ ਦਾ ਢਿੱਡ ਭਰਤਾ, ਨਹੀਂ ਤਾਂ ਅਸੀਂ ਅਮਰੀਕਾ ਵਾਲੇ ਜਹਾਜ਼ ਉਡੀਕਦੇ ਰਹਿੰਦੇ ਸੀ ਗਗਨ। ਇੱਕ ਵੇਲਾ ਸੀ, ਮੈਨੂੰ ਪਤਾ ਲੱਗਿਆ ਜਿਹੜੇ ਸਾਡੇ ਵੱਡੇ ਲੀਡਰ ਸੀ ਨਾ ਜੀ, ਉਹ ਸਵੇਰੇ ਉੱਠ ਕੇ ਅਮਰੀਕਾ ਵਾਲੇ ਪਾਸੇ ਨੂੰ ਮੂੰਹ ਕਰਕੇ ਖੜੇ ਹੋ ਜਾਂਦੇ ਸੀ ਵੀ ਜਹਾਜ਼ ਆਉਣੇ ਨੇ ਜੀ। ਅਫਸਰ ਖੜੇ ਹੋ ਜਾਂਦੇ ਸੀ ਵੀ ਜਹਾਜ਼ ਆਉਣੇ ਨੇ ਹਵਾਈ ਅੱਡਿਆਂ ਤੇ, ਵੀ ਜਹਾਜ਼ ਆਉਣਗੇ ਤੇ ਰਾਸ਼ਨ ਉਤਰੂਗਾ ਤਾਂ ਮੁਲਕ ਦਾ ਢਿੱਡ ਭਰੂਗਾ। ਸੋ ਕਿਸਾਨਾਂ ਨੇ ਉਹ ਜਹਾਜ਼ ਬੰਦ ਕਰਾਤੇ। ਘਰੇ ਬੈਠੇ ਕਿਸਾਨਾਂ ਨੇ, ਪੰਜਾਬ ਦਿਆਂ ਨੇ, ਹਰਿਆਣੇ ਦਿਆਂ ਨੇ ਹਰੀ ਕ੍ਰਾਂਤੀ ਲਿਆਤੀ, ਇੰਨਾ ਅਨਾਜ ਪੈਦਾ ਕਰਤਾ। ਅਮਰੀਕਾ ਤੋਂ ਮਹਿੰਗੇ ਮੁੱਲ ਦਾ ਅਨਾਜ ਅਸੀਂ ਖਰੀਦਣਾ ਬੰਦ ਕਰਤਾ। ਉਹ ਵਰਤ ਰੱਖਦੇ ਹੁੰਦੇ ਸੀ ਅਸੀਂ ਸਾਰਾ ਦਿਨ। ਚਲੋ ਹੁਣ ਗੱਲ ਮੈਂ ਅੱਗੇ ਵਧਾਉਣਾ ਕਿ ਇਸ ਟਰੈਕਟਰ ਰੈਲੀ ਨੇ ਸਰਕਾਰ ਨੂੰ ਇਹ ਤਾਂ ਦੱਸਤਾ ਕਿ ਲੋਕਤੰਤਰ 'ਚ ਭਰੋਸਾ ਰੱਖਣ ਵਾਲੇ ਨੇ ਕਿਸਾਨ, ਦੇਸ਼ ਭਗਤ ਕਿਸਾਨ ਨੇ। ਕੌਮੀ ਝੰਡਾ, ਨੈਸ਼ਨਲ ਫਲੈਗ ਸਾਡਾ ਉਹਨਾਂ ਨੇ ਟਰੈਕਟਰਾਂ ਦੇ ਉੱਤੇ ਲਾਇਆ ਹੋਇਆ। ਔਰ ਟਰੈਕਟਰ ਜੱਜ ਕਿੰਨੇ ਰਹੇ ਸੀ, ਕੌਮੀ ਝੰਡਾ ਲੱਗੇ ਹੋਏ ਟਰੈਕਟਰ ਦੇਖੋ। ਅੰਨਾ ਹਜ਼ਾਰੇ ਦੇ ਅੰਦੋਲਨ ਦੀ ਮੈਨੂੰ ਯਾਦ ਕਰਾ ਦਿੱਤੀ। ਔਰ ਮੈਂ ਇਹ ਕਹਾਂ ਅੰਨਾ ਹਜ਼ਾਰੇ ਦਾ ਅੰਦੋਲਨ ਵੀ ਇਹਦੇ ਮੁਕਾਬਲੇ ਮੈਨੂੰ 25% ਦਿਖ ਰਿਹਾ ਹੁਣ ਜੀ ਕਿ ਇਹ 75% ਵੱਧ ਮਜ਼ਬੂਤ ਹੋ ਗਿਆ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ। ਔਰ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਦੇਖੋ ਕਾਂਗਰਸ ਦੀਆਂ ਜੜ੍ਹਾਂ ਹਿਲਾਤੀਆਂ ਸੀ, ਕਾਂਗਰਸ ਦੀਆਂ ਜੜ੍ਹਾਂ ਹਿਲਾਤੀਆਂ। ਉਹੀ ਸਥਿਤੀ ਹੈ ਜਿਹੜੀ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਤਾਕਤ ਵਰਗਾ ਇਹ ਅੰਦੋਲਨ ਜਿਹੜਾ ਬਣਦਾ ਜਾ ਰਿਹਾ। ਮਾੜੇ ਸਿਸਟਮ ਦੀਆਂ ਖਾਮੀਆਂ
ਇਹ ਕਿਸਾਨ ਦਰੁਸਤ ਕਰ ਦੇਣਗੇ। ਔਰ ਹੁਣ ਦੇਖੋ ਸਰਕਾਰ ਕਿੰਨੀ ਐਕਟਿਵ ਹੋ ਗਈ ਗਗਨ। ਕੱਲ ਸ਼ਾਮ ਤੱਕ ਕਈ ਮੀਟਿੰਗਾਂ ਗ੍ਰਹਿ ਮੰਤਰੀ ਨੇ, ਰੱਖਿਆ ਮੰਤਰੀ ਨੇ, ਰਾਜਨਾਥ ਸਿੰਘ ਕਿਉਂਕਿ ਉਹ ਪਹਿਲਾਂ ਖੇਤੀਬਾੜੀ ਮੰਤਰੀ ਰਹਿ ਚੁੱਕੇ ਨੇ, ਔਰ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੇ ਆਪਣੇ ਆਪਣੇ ਪੱਧਰ ਤੇ ਅਫਸਰਾਂ ਨਾਲ, ਕਈ ਮਹਿਕਮਿਆਂ ਦੇ ਨਾਲ ਔਰ ਆਪਸ ਚ ਕੀਤੀਆਂ ਨੇ ਬੀਜੇਪੀ ਦੇ ਲੀਡਰਾਂ ਨੇ। ਸੋ ਮੈਨੂੰ ਗਗਨ ਇਹ ਲੱਗਦਾ ਹੈ ਕਿ ਕੋਈ ਵੱਡਾ ਫੈਸਲਾ ਜਿਹੜਾ ਭਾਰਤ ਦੀ ਸਰਕਾਰ ਅੱਜ ਕਰ ਲੂਗੀ, ਕਿਉਂਕਿ ਅੱਜ ਫੇਰ 2 ਵਜੇ ਦਾ ਵਕਤ ਹੈ ਮੀਟਿੰਗ ਦਾ। ਔਰ ਮੀਟਿੰਗ ਤੋਂ ਪਹਿਲਾਂ ਅਗਰ ਸਰਕਾਰ ਵੱਲੋਂ ਕੋਈ ਵੱਡਾ ਐਲਾਨ ਕਰ ਦਿੱਤਾ ਜਾਂਦਾ ਹੈ ਤੇ ਮੈਨੂੰ ਲੱਗਦਾ ਅੱਜ ਦੀ ਮੀਟਿੰਗ ਸਾਰਥਕ ਹੋਊਗੀ। ਕੋਈ ਨਾ ਕੋਈ ਐਲਾਨ ਸਰਕਾਰ ਨੇ ਕਰ ਦੇਣਾ ਗਗਨ, ਮੈਨੂੰ ਲੱਗਦਾ। ਜਿਵੇਂ ਤੁਸੀਂ ਮੈਨੂੰ ਸਵਾਲ ਪੁੱਛੋਗੇ ਉਸ ਹਿਸਾਬ ਨਾਲ ਹੁਣ ਮੈਂ ਅੱਗੇ ਵਧੂੰਗਾ। ਜੀ ਬਿਲਕੁਲ। ਤੇ ਡੱਲਾ ਜੀ, ਅੱਜ ਦੀ ਮੀਟਿੰਗ ਤੇ ਕਿੱਦਾਂ ਵੇਖ ਰਹੇ ਹੋ? ਕਿਉਂਕਿ ਕੱਲ ਦਾ ਦਿਨ ਇੱਕ ਅਜਿਹਾ ਦਿਨ ਰਿਹਾ ਹੈ ਕਿ ਟਰੈਕਟਰ ਰੈਲੀ ਨੂੰ ਹਜੇ ਅੱਧਾ ਦਿਨ ਨਹੀਂ ਸੀ ਪੂਰਾ ਹੋਇਆ ਕਿ ਉਦੋਂ ਹੀ ਕੇਂਦਰ ਦੇ ਵਿੱਚ ਵੱਡੀ ਹਲਚਲ ਮਹਿਸੂਸ ਹੁੰਦੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਪੰਜਾਬ ਭਾਜਪਾ ਦੇ ਆਗੂਆਂ ਦੀ ਬੈਠਕ ਹੁੰਦੀ ਹੈ, ਦੇਸ਼ ਦੇ ਰੱਖਿਆ ਮੰਤਰੀ ਦੇ ਨਾਲ ਬੈਠਕ ਹੁੰਦੀ ਹੈ, ਖੇਤੀਬਾੜੀ ਮੰਤਰੀ ਦੇ ਨਾਲ ਬੈਠਕ ਹੁੰਦੀ ਹੈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਕੱਲ ਸਾਰਾ ਦਿਨ ਚੱਲਦਾ ਰਿਹਾ ਹੈ। ਤੇ ਕੱਲ ਦੇ ਦਿਨ ਦੀਆਂ ਬੈਠਕਾਂ ਤੇ ਅੱਜ ਦੇ ਦਿਨ ਦੀ ਬੈਠਕ, ਇਹਦਾ ਸੰਬੰਧ ਕਿੱਦਾਂ ਵੇਖਦੇ? ਦੇਖੋ ਮੈਨੂੰ ਇਹ ਲੱਗਦਾ ਹੈ ਕਿ ਕੋਈ ਨਾ ਕੋਈ ਫੈਸਲਾ ਸਰਕਾਰ ਕਰੂਗੀ ਜੀ। ਰਾਤ ਬੈਠਕਾਂ ਹੋਈਆਂ ਨੇ, ਅੱਜ ਸਵੇਰੇ ਵੀ ਬੈਠਕਾਂ ਹੋਣਗੀਆਂ, ਔਰ ਮੈਨੂੰ ਇਹ ਲੱਗਦਾ ਗਗਨ ਕਿ ਕੋਈ ਨਾ ਕੋਈ ਫਾਰਮੂਲਾ ਸਰਕਾਰ ਕੱਢੂਗੀ। ਇੱਕ ਗੱਲ ਇਹ ਵੀ ਹੋ ਸਕਦੀ ਹੈ, ਮੇਰੇ ਜ਼ਿਹਨ 'ਚ ਇੱਕ ਵਿਚਾਰ ਹੈ ਸੂਤਰਾਂ ਦੇ ਵਿੱਚ, ਸੂਤਰਾਂ ਦੇ ਹਵਾਲੇ ਨਾਲ ਇਹ ਚਰਚਾ ਕਾਫੀ ਹੋ ਰਹੀ ਹੈ ਦਿੱਲੀ 'ਚ ਗੱਲ ਦੀ ਜੀ। ਸਰਕਾਰ ਇਹ ਵੀ ਕਹਿ ਸਕਦੀ ਹੈ ਵੀ ਅਗਰ ਕੋਈ ਸੂਬਾ ਇਹਨਾਂ ਕਾਨੂੰਨਾਂ ਨੂੰ ਨਹੀਂ ਪਸੰਦ ਕਰਦਾ ਤੇ ਸਰਕਾਰ ਉਹਨਾਂ ਤੇ ਛੱਡ ਸਕਦੀ ਹੈ ਵੀ ਸੂਬੇ ਤੈਅ ਕਰ ਲੈਣ। ਇਹ ਵਿਚਾਰ ਹੈ ਇੱਕ, ਹਜੇ ਫੈਸਲਾ ਨਹੀਂ ਸਰਕਾਰ ਦਾ। ਦੂਜਾ, ਸਰਕਾਰ ਇਹ ਵੀ ਕਹਿ ਸਕਦੀ ਹੈ ਕਿ ਅਸੀਂ ਮੁਲਤਵੀ ਕਰਦੇ ਹਾਂ ਇਹਨਾਂ ਕਾਨੂੰਨਾਂ ਨੂੰ ਜੀ, ਔਰ ਗੱਲਬਾਤ ਕਰਨ ਤੋਂ ਬਾਅਦ ਅਸੀਂ ਕੁਝ ਸਮੇਂ ਲਈ ਲਾਗੂ ਨਹੀਂ ਕਰਦੇ, ਜਾਂ ਜਿਹੜੇ ਲਾਗੂ ਕੀਤੇ ਆ ਕੁਝ ਸਮੇਂ ਲਈ ਵਾਪਸ ਲੈ ਲੈਂਦੇ ਹਾਂ। ਕਿਸਾਨਾਂ ਨਾਲ ਗੱਲਬਾਤ ਕਰਕੇ ਸਮੂਹਿਕਤਾ ਬਣਾ ਕੇ ਫਿਰ ਅਸੀਂ ਇਹਨਾਂ ਨੂੰ ਲਾਗੂ ਕਰਨ ਵਾਲੇ ਸੋਚ ਸਕਦੇ ਹਾਂ। ਕੁਝ ਨਾ ਕੁਝ ਸਰਕਾਰ ਅੱਜ ਕਹੂਗੀ, ਕਿਉਂਕਿ 7 ਜਨਵਰੀ ਅੱਜ 8 ਜਨਵਰੀ ਅੱਜ ਆ ਗਈ ਹੈ। 7 ਜਨਵਰੀ ਨੂੰ ਟਰੈਕਟਰ ਰੈਲੀ ਹੋਗੀ। ਹੁਣ ਅੱਜ ਤੋਂ ਲੈ ਕੇ 20 ਜਨਵਰੀ ਤੱਕ ਤਾਂ ਦੇਸ਼ ਭਰ ਦੇ ਵਿੱਚ 23 ਜਨਵਰੀ ਤੱਕ ਸਮਾਗਮ ਕੀਤੇ ਜਾਣੇ ਨੇ, ਪ੍ਰਦਰਸ਼ਨ ਹੋਣੇ ਨੇ, ਕਿਸਾਨ ਆਪਣਾ ਸਮਰਥਨ ਵਧਾਉਣਗੇ, ਔਰ 26 ਜਨਵਰੀ ਨੂੰ ਫਿਰ ਗਣਤੰਤਰ ਦਿਵਸ ਦੀ ਪਰੇਡ ਟਰੈਕਟਰਾਂ ਨਾਲ ਕਿਸਾਨਾਂ ਨੇ ਕੱਢਣ ਦਾ ਐਲਾਨ ਕਰ ਦਿੱਤਾ ਹੈ। ਸੋ ਮੈਨੂੰ ਲੱਗਦਾ ਸਰਕਾਰ ਕੋਲੇ ਹੁਣ ਵਕਤ ਘੱਟ ਹੈ, ਕਿਉਂਕਿ ਸਰਕਾਰ ਨੇ ਆਪਣੇ ਗਣਤੰਤਰ ਦਿਹਾੜੇ ਦੀ ਵੀ ਤਿਆਰੀ ਕਰਨੀ ਹੈ। ਪਹਿਲਾਂ ਤਾਂ ਉਹ ਜਿਹੜੇ ਬ੍ਰਿਟਨ ਵਾਲੇ ਪ੍ਰਧਾਨ ਮੰਤਰੀ ਆਉਣੇ ਸੀ ਉਹਨਾਂ ਨੇ ਨਾ ਕਰਤੀ ਹੈ ਜੀ, ਉਹਨਾਂ ਨੇ ਨਾ ਕਰਤੀ। ਹੁਣ ਮਹਿਮਾਨ ਨੂੰ ਲੈ ਕੇ ਵੀ ਚਰਚਾ ਹੁਣ ਦੇਖੋ ਕੇਂਦਰ ਸਰਕਾਰ ਹੁਣ ਕੋਈ ਨਾ ਕੋਈ ਮਹਿਮਾਨ ਤਾਂ ਲੈ ਕੇ ਆਊਗੀ ਨਾ, ਉਹਨਾਂ ਦੀ ਥਾਂ ਤੇ ਆਉਣਾ ਵੀ ਚਾਹੀਦਾ। ਸਾਡੇ ਗਣਤੰਤਰ ਦਿਵਸ ਤੇ ਅਗਰ ਕਿਸੇ ਦੂਜੇ ਮੁਲਕ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਆਉਂਦਾ ਹੈ ਤੇ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ। ਸਾਡੇ ਮੁਲਕ ਦੀ ਤਾਕਤ, ਫੌਜੀ ਤਾਕਤ, ਗਣਤੰਤਰ ਦੀ ਤਾਕਤ ਉਸ ਮੁਲਕ ਨੂੰ ਦੇਖਣ ਨੂੰ ਮਿਲੇ। ਔਰ ਇਹ ਵੀ ਸਾਡੇ ਮੁਲਕ ਦਾ ਸੰਵਿਧਾਨ ਹੈ ਨਾ, ਡਾਕਟਰ ਭੀਮ ਰਾਓ ਅੰਬੇਦਕਰ ਨੇ ਜਿਹੜਾ ਲਿਖਿਆ, ਕਿੱਡਾ ਤਕੜਾ ਸੰਵਿਧਾਨ ਲਿਖਿਆ। ਦੇਖੋ ਇਸੇ ਕਰਕੇ ਤਾਂ ਹੱਕ ਹੈ, ਸੁਪਰੀਮ ਕੋਰਟ ਕਹਿੰਦੀ ਧਰਨਾ ਹੱਕ ਹੈ ਤੁਹਾਡਾ ਸ਼ਾਂਤੀਪੂਰਵਕ ਜੀ। ਇਹ ਉਸ ਸੰਵਿਧਾਨ ਕਰਕੇ ਹੀ ਸੰਭਵ ਹੋਇਆ, ਨਹੀਂ ਤਾਂ ਕਦ ਦਾ ਸਰਕਾਰ ਕੋਈ ਨਾ ਕੋਈ ਕਾਰਵਾਈ ਕਰ ਦਿੰਦੀ। ਹੁਣ ਦੂਜਾ, ਸਰਕਾਰ ਇਹ ਜਿਹੜੀ ਗੱਲ ਕਰ ਸਕਦੀ ਹੈ ਵੀ ਅਸੀਂ ਸੂਬਿਆਂ ਤੇ ਛੱਡਦੇ ਹਾਂ, ਸੂਬੇ ਤੈਅ ਕਰ ਲੈਣ, ਉਹਦੇ ਨਾਲ ਇੱਕ ਨਵੀਂ ਤਰ੍ਹਾਂ ਦੀ ਸਰਕਾਰ ਦੀ ਰਣਨੀਤੀ ਹੋ ਸਕਦੀ। ਦੇਖੋ ਹੁਣ ਬਹੁਤੀਆਂ ਥਾਵਾਂ ਤੇ ਤਾਂ ਸੂਬੇ ਬੀਜੇਪੀ ਦੇ, ਉੱਥੇ ਤਾਂ ਫਿਰ ਬੀਜੇਪੀ ਦੇ ਸੂਬਿਆਂ ਨੇ ਲਾਗੂ ਕਰ ਹੀ ਦੇਣਾ। ਹਰਿਆਣੇ ਵਾਲਾ ਖੱਟੜ ਨਰਿੰਦਰ ਮੋਦੀ ਉਹਨਾਂ ਦੀ ਗੱਲ ਥੋੜੀ ਮੋੜ ਦੂਗਾ। ਪੰਜਾਬ 'ਚ ਹਜੇ ਦੁਚਿੱਤੀ ਵਾਲੀ ਸਥਿਤੀ ਹੈ ਵੀ ਪੰਜਾਬ 'ਚ ਲਾਗੂ ਹੈਗੇ ਨੇ ਜਾਂ ਨਹੀਂ ਹੈਗੇ। ਕੈਪਟਨ ਤਾਂ ਕਹਿੰਦਾ ਨਹੀਂ ਹੈਗੇ, ਪਰ ਆ ਵਿੱਚ ਜੇ ਗੱਲ ਆ ਗਈ ਸੀ ਹੈਗੇ, ਵਿਰੋਧੀ ਵੀ ਕਹਿੰਦੇ ਹੈਗੇ। ਹੁਣ ਇਹ ਸਪਸ਼ਟ ਨਹੀਂ ਹਜੇ ਪੰਜਾਬ ਵਾਲਾ ਮਸਲਾ। ਤਾਂ ਹੁਣ ਉਹਦੇ ਨਾਲ ਕੀ ਹੋਊਗਾ, ਅਗਰ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਸੂਬਿਆਂ ਤੇ ਛੱਡ ਦਿੰਦੇ ਹਾਂ, ਉਹਦੇ ਨਾਲ ਫਿਰ ਕਿਸਾਨਾਂ ਦੇ ਵਿੱਚ, ਕਿਸਾਨਾਂ ਦੇ ਏਕੇ ਤੇ ਖਤਰਾ ਪੈਦਾ ਹੋ ਸਕਦਾ, ਕਿਉਂਕਿ ਸਾਰੇ ਦੇਸ਼ ਦੀਆਂ ਜਥੇਬੰਦੀਆਂ ਨੇ। ਹੋ ਸਕਦਾ ਕੋਈ ਸੂਬਾ ਕਵੇ ਕਿ ਜਿਵੇਂ ਹੁਣ ਹਰਿਆਣੇ ਵਾਲੇ ਕਿਸਾਨ ਹੈ, ਹਰਿਆਣੇ ਵਾਲੇ ਕਿਸਾਨ ਤਾਂ ਦਿੱਲੀ ਬੈਠੇ ਨੇ, ਉਹ ਤਾਂ ਕਹਿੰਦੇ ਕਾਨੂੰਨ ਰੱਦ ਕਰੋ। ਤੇ ਜੇ ਸਰਕਾਰ ਇਹ ਕਹਿ ਦਿੰਦੀ ਅਸੀਂ ਸੂਬਿਆਂ ਤੇ ਛੱਡ ਦਿੰਦੇ ਹਾਂ, ਕਿ ਹਰਿਆਣੇ ਵਾਲੇ ਕਿਸਾਨ ਫਿਰ ਖੱਟੜ ਸਾਹਿਬ ਦੇ ਜਾ ਕੇ ਮੰਗ ਕਰਨਗੇ ਜੀ, ਉਹ ਵੀ ਫਿਰ ਅੰਦੋਲਨ ਆਪਣੀ ਸ਼ਕਲ ਬਦਲ ਜੂਗਾ। ਸੋ ਸਰਕਾਰ ਦੀ ਰਣਨੀਤੀ ਹੋ ਸਕਦੀ ਕੋਈ ਨਾ ਕੋਈ ਇਸ ਅੰਦੋਲਨ ਨੂੰ ਨਜਿੱਠਣ ਦੀ। ਪਰ ਮੈਨੂੰ ਇਹ ਲੱਗਦਾ ਕਿ ਸਰਕਾਰ ਦੀ ਸਭ ਤੋਂ ਵਧੀਆ ਨੀਤੀ ਇਹੀ ਹੋਊਗੀ। ਮੋਦੀ ਸਾਹਿਬ ਤੋਂ ਬਹੁਤ ਆਸਾਂ ਨੇ ਸਾਨੂੰ ਸਾਰਿਆਂ ਨੂੰ, ਬੜੇ ਕਾਬਲ ਪ੍ਰਧਾਨ ਮੰਤਰੀ ਨੇ, ਕਿਸਾਨਾਂ ਦੀ ਜ਼ਮੀਨ ਤੇ ਗੱਲ ਸਮਝ ਜਾਣ। ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ, ਕੱਲ ਮੈਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵੱਲ ਨਿਕਲਿਆ ਤੇ ਮੈਂ ਦੁਰਾਹੇ ਲਾਗੇ ਗਿਆ। ਪਹਿਲਾਂ ਉੱਥੇ ਕਿਸਾਨ ਟੋਲ ਬੈਰੀਅਰ ਤੇ ਧਰਨੇ ਲਾਈ ਬੈਠੇ ਸੀ, ਠੰਡ ਏਡੀ ਸੀ, ਹੱਥ ਸੇਕ ਰਹੇ ਸੀ। ਮੈਂ ਗੱਲਬਾਤ ਕੀਤੀ ਕਿਸਾਨਾਂ ਨਾਲ, ਬੜਾ ਦਰਦਨਾਕ ਖੇਤੀ ਦਾ ਚਿਹਰਾ ਪੇਸ਼ ਹੋਇਆ ਜੀ। ਮੈਂ ਕਿਹਾ ਮੋਦੀ ਸਾਹਿਬ ਤਾਂ ਕਹਿੰਦੇ ਸਾਡੇ ਕਾਨੂੰਨ ਫਾਇਦੇਮੰਦ ਨੇ, ਤੁਸੀਂ ਮੋਦੀ ਸਾਹਿਬ ਨੂੰ ਸਮਝਾਓ ਦਿੱਕਤ ਕੀ ਹੈ। ਮੈਨੂੰ ਕਿਸਾਨਾਂ ਨੇ ਦੱਸਿਆ
ਕਹਿੰਦੇ ਮੱਧ ਪ੍ਰਦੇਸ਼ ਤੋਂ, ਆਂਧਰਾ ਪ੍ਰਦੇਸ਼ ਤੋਂ 4 ਰੁਪਏ ਦਾ ਅੰਬ ਚੱਲਦਾ ਕਿਲੋ, ਅੰਮ੍ਰਿਤਸਰ ਉੱਤਰ ਦੇ ਹੀ 50 ਰੁਪਏ ਦਾ ਹੋ ਜਾਂਦਾ। ਤਾਂ ਮੈਂ ਬੜਾ ਹੈਰਾਨ ਹੋਇਆ ਜੀ ਵੀ ਅੰਬ ਨੂੰ ਇਹੋ ਜਿਹਾ ਕੀ ਲੱਗ ਗਿਆ, ਆਂਧਰ ਪ੍ਰਦੇਸ਼ ਤੋਂ 4 ਰੁਪਏ ਦਾ ਉੱਡਿਆ ਤੇ ਅੰਮ੍ਰਿਤਸਰ ਉੱਤਰ ਦੇ ਹੀ 50 ਰੁਪਏ ਦਾ ਲੱਗ ਗਿਆ। ਪਰ ਉਹ ਫਲਾਈਟ ਤੇ ਤਾਂ ਆ ਨਹੀਂ ਰਿਹਾ ਹੋਣਾ ਜੀ, ਉੱਡਿਆ, ਚਲੋ ਮੈਂ ਕਹਿਤਾ, ਪਰ ਉਹ ਆ ਤਾਂ ਟਰੱਕਾਂ ਰਾਹੀਂ ਰਿਹਾ ਹੋਊਗਾ, ਡੋਮੈਸਟਿਕ ਟਰੱਕਾਂ ਰਾਹੀਂ ਆ ਰਿਹਾ ਹੋਊਗਾ। ਜੀ, ਹੁਣ ਟੋਲ ਕਿੰਨੇ ਲੱਗਣਗੇ ਆਂਧਰਾ ਪ੍ਰਦੇਸ਼ ਤੋਂ ਅੰਮ੍ਰਿਤਸਰ ਚ ਪੁੱਜਣ ਨੂੰ? ਆ ਕਿਸਾਨਾਂ ਨੇ ਦੱਸਿਆ, ਕਹਿੰਦੇ ਅਸੀਂ ਆਲੂ ਜੇ ਦਿੱਲੀ ਵੇਚਣ ਜਾਣਾ ਹੋਵੇ 1000 ਰੁਪਏ ਦੇ ਕਰੀਬ ਤਾਂ ਟੋਲ ਲੱਗ ਜਾਂਦਾ। ਲਓ ਦੱਸੋ ਜੀ, ਜੀ, ਹੁਣ ਇੱਕ ਟਰੱਕ ਆਲੂਆਂ ਦਾ ਹੈ ਜੀ, ਮੰਨ ਲਓ 2 ਟਰਾਲੀਆਂ ਦਾ ਇੱਕ ਟਰੱਕ ਭਰਿਆ ਜਾਣਾ, ਜੀ, ਇੱਕ ਟਰਾਲੀ ਦਾ ਸਾਡਾ ਕੀ ਮਿਲਦਾ ਆਲੂਆਂ ਦਾ ਜੀ? ਆ ਸੜਕਾਂ ਤੇ ਰੋਡ ਤੇ ਸਾਡੇ ਕਿਸਾਨਾਂ ਨੇ ਤਾਂ ਆ ਪੈਕਟ 'ਚ ਜਿਹੜਾ ਬੰਦ ਹੋ ਕੇ ਆਉਂਦਾ ਉਹ 20-25 ਰੁਪਏ ਦਾ ਵਿਕੀ ਜਾਂਦਾ, ਮੇਰੇ ਖਿਆਲ 250-500 ਗ੍ਰਾਮ ਹੁੰਦਾ ਜੀ, ਹੈਨਾ। ਬਾਕੀ ਹਵਾ ਭਰ ਦਿੰਦੇ ਆਲੂਆਂ ਨਾਲ, ਫੁੱਲ ਜਾਂਦਾ ਲਿਫਾਫਾ। ਉਹ ਜਵਾਕ ਫੁੱਲਿਆ ਲਿਫਾਫਾ ਦੇਖ ਕੇ ਸਮਝਦੇ ਵੀ ਪਤਾ ਨਹੀਂ ਕਿਲੋ ਆਲੂਆਂ ਦਾ ਇਹਦੇ 'ਚ ਚਿਪਸ ਹੋਣਾ ਜੀ, ਹੈ ਜੀ। ਸੁਕਾ ਕੇ ਆਲੂ ਪਾਏ ਹੁੰਦੇ, ਹੁੰਦਾ ਸਵਾਦ ਹੈ, ਪਰ ਸਾਡੀ ਕਿਸਾਨੀ ਨੂੰ ਤਾਂ ਬੇਸਵਾਦ ਕਰ ਦਿੰਦਾ, ਜੀ, ਸਾਡੇ ਸਿਸਟਮ ਨੂੰ ਤਾਂ ਬੇਸਵਾਦਾ ਕਰ ਦਿੰਦਾ। ਹੁਣ ਆਲੂਆਂ ਦਾ ਟਰੱਕ ਜੇ ਦਿੱਲੀ ਲੈ ਕੇ ਜਾਣਾ ਹੋਵੇ ਪੰਜਾਬ ਤੋਂ 1000 ਰੁਪਏ ਦਾ ਤਾਂ ਟੋਲ ਹੈ, ਨਾਲੇ ਕਹਿੰਦੇ ਖੇਤੀਬਾੜੀ ਤੇ ਟੈਕਸ ਕੋਈ ਨਹੀਂ। ਟਰਾਲੀ ਨੂੰ ਜੇ ਛੋਟ ਹੈ ਟੋਲ ਬੈਰੀਅਰ ਤੋਂ, ਤੇ ਸਬਜ਼ੀਆਂ ਤੇ ਫਲਾਂ ਦੇ ਟਰੱਕਾਂ ਨੂੰ ਛੋਟ ਕਿਉਂ ਨਹੀਂ? ਮੋਦੀ ਸਾਹਿਬ ਦੱਸੋ। ਮੈਂ ਉਹੀ ਕਹਿੰਦਾ ਨਾ ਵੀ ਬਰਾਬਰਤਾ ਦਾ ਨਿਯਮ ਕਿੱਥੇ ਹੈ? ਜੀ, ਇੱਕ ਮੁਲਕ ਇੱਕ ਟੈਕਸ, ਇੱਕ ਮੁਲਕ ਇੱਕ ਟੈਕਸ ਨਹੀਂ ਹੈਗਾ। ਆ ਪੈਟਰੋਲ ਡੀਜ਼ਲ ਤੇ ਵੱਖਰਾ ਟੈਕਸ ਹੈ, ਬਾਕੀ ਚੀਜ਼ਾਂ ਤੇ ਵੱਖਰੇ ਟੈਕਸ ਹੈ ਨਹੀਂ ਜੀ, ਸੈਂਟਰਲ ਐਕਸਾਈਜ਼ ਵੱਖਰੀ ਹੈ, ਕਸਟਮ ਵੱਖਰਾ ਹੈ। ਇੱਕ ਮੁਲਕ ਇੱਕ ਟੈਕਸ ਕਹਿਣ ਦੀਆਂ ਗੱਲਾਂ ਨੇ। ਆ ਰੌਲਾ ਪੈ ਗਿਆ ਸੀ ਨਾ, ਇੱਕ ਮੁਲਕ ਇੱਕ ਭਾਸ਼ਾ। ਜੀ, ਸਾਡੀਆਂ ਭਾਸ਼ਾ ਪੰਜਾਬੀ ਸਾਡੀ ਜਾਨ ਹੈ। ਆ ਗੁਰਦਾਸ ਮਾਨ ਨੇ ਆ ਬੱਤੀ ਵਾਲੀ ਗੱਲ ਕਰਤੀ ਇਹ ਭਾਸ਼ਾ ਦੇ ਚੱਕਰ 'ਚ ਉੱਥੇ ਜਾ ਕੇ। ਜੀ, ਆ ਦੇਖ ਲਓ, ਮੰਚ ਤੇ ਨਹੀਂ ਚੜਨ ਦਿੱਤਾ ਗੁਰਦਾਸ ਮਾਨ ਨੂੰ। ਗੁਰਦਾਸ ਮਾਨ ਦੇ ਗਾਣੇ ਬਿਨਾ ਵਿਆਹ ਨਹੀਂ ਸੀ ਹੁੰਦਾ ਪੰਜਾਬ 'ਚ, ਬਿਲਕੁਲ, ਹੈ ਜੀ। ਗੁਰਦਾਸ ਮਾਨ ਦੇ ਗਾਣੇ ਬਿਨਾ ਵਿਆਹ ਨਹੀਂ ਸੀ ਹੁੰਦਾ, ਹੈ ਜੀ। ਜੀ, ਉਹਨਾਂ ਚਾਹ ਗੁਰਦਾਸ ਮਾਨ ਦਾ ਹੁੰਦਾ ਸੀ ਮੁੰਡੇ ਨੂੰ ਵੀ ਗੁਰਦਾਸ ਮਾਨ ਦਾ ਅਖਾੜਾ ਲਾਉਣਾ ਹੈ ਵਿਆਹ ਤੇ, ਜਿੰਨਾ ਉਹਨੂੰ ਵਿਆਹ ਵਾਲੇ ਦਿਨ ਦਾ ਇੰਤਜ਼ਾਰ ਹੁੰਦਾ ਸੀ। ਬਿਲਕੁਲ। ਆ ਬੱਤੀ ਦੇ ਚੱਕਰ 'ਚ ਹੀ ਰੌਲਾ ਪੈ ਗਿਆ ਦੇਖੋ। ਸੋ ਹੁਣ ਗੁਰਦਾਸ ਮਾਨ ਸਾਹਿਬ ਨੇ ਅਫਸੋਸ ਜ਼ਾਹਰ ਕੀਤਾ ਬਾਅਦ 'ਚ, ਬੰਦੇ ਤਾਂ ਸਿਆਣੇ ਨੇ, ਕਾਬਲ ਨੇ। ਜੀ, ਦੇਖੋ ਕਿੱਡੇ ਸੱਭਿਆਚਾਰਕ ਗਾਣੇ ਵੀ ਉਹਨਾਂ ਨੇ ਗਾਏ, ਹੈ ਜੀ। ਆਪਣਾ ਪੰਜਾਬ ਹੋਵੇ, ਘਰ ਦੀ ਦਾਲ ਹੋਵੇ। ਜੀ, ਸੋ ਗਾਇਕੀ, ਉਹਨਾਂ ਦੀ ਗਾਇਕੀ ਬਿਨਾਂ ਵੀ ਨਹੀਂ ਸੀ ਪੰਜਾਬ ਚੱਲਦਾ, ਪਰ ਨੀਤੀ ਥੋੜੀ ਜਿਹੀ ਵਿਗੜ ਗਈ ਉਹਨਾਂ ਦੀ। ਉਹ ਗਏ ਜਦੋਂ ਕੈਨੇਡਾ ਪ੍ਰੋਗਰਾਮ ਕਰ ਰਹੇ ਸੀ ਮੇਰੇ ਖਿਆਲ, ਜੀ, ਨੀਤੀ ਵਿਗੜ ਗਈ, ਸ਼ਬਦਾਂ ਦੀ ਰਣਨੀਤੀ ਵਿਗੜ ਗਈ। ਉਹ ਬੱਤੀ ਵਾਲੀ ਗੱਲ ਹੋਈ ਨਹੀਂ ਤੇ ਮਾਮਲਾ ਕਿਸੇ ਹੋਰ ਪਾਸੇ ਤੁਰ ਗਿਆ। ਸਤਿਕਾਰ ਬਹੁਤ ਹੈ ਗੁਰਦਾਸ ਮਾਨ ਸਾਹਿਬ ਦਾ, ਚਲੋ ਮਾੜਾ ਮੋਟਾ ਕਈ ਵਾਰੀ ਜ਼ੁਬਾਨ ਫਿਸਲ ਜਾਂਦੀ ਹੈ। ਹੁਣ ਮੋਦੀ ਸਾਹਿਬ ਵੀ ਉਹੀ ਕਹਿੰਦੇ ਨੇ, ਇੱਕ ਮੁਲਕ ਇੱਕ ਨੀਤੀ ਇੱਕ ਟੈਕਸ। ਇੱਕ ਮੁਲਕ ਇੱਕ ਟੈਕਸ ਨਹੀਂ ਹੈਗਾ ਮੋਦੀ ਸਾਹਿਬ। ਤੁਸੀਂ ਦੱਸੋ, 2 ਟਰਾਲੀਆਂ ਦਾ ਟਰੱਕ ਭਰ ਜਾਂਦਾ, ਟਰਾਲੀ ਵਾਲੇ ਤੇ ਟੈਕਸ ਨਹੀਂ। ਹੁਣ ਦੱਸੋ, ਕਿਸਾਨ ਜੇ ਟਰਾਲੀ ਲੈ ਕੇ ਦਿੱਲੀ ਜਾਊਗਾ ਕਿੰਨੇ ਦਾ ਡੀਜ਼ਲ ਲੱਗ ਜੂਗਾ ਜੀ? ਬਿਲਕੁਲ, ਹੈ ਜੀ। ਟਰੱਕ ਤੇ ਟਰਾਲੀ 'ਚ ਫਰਕ ਹੈ ਨਾ ਜੀ। ਜਾਂ ਤਾਂ ਟਰਾਲੀ ਦੇ ਨਾਲ ਟਰੱਕ ਸਬਜ਼ੀ ਫਲਾਂ ਵਾਲੇ ਟਰੱਕ ਛੋਟ ਦਿਓ, ਬਿਨਾਂ ਟੈਕਸ ਕਰੋ। ਇਹੀ ਖਾਮੀਆਂ ਕਾਨੂੰਨਾਂ ਦੀਆਂ ਕਿਸਾਨ ਦੱਸ ਰਹੇ ਆ ਨਾ ਵੀ ਇਹਨਾਂ ਕਾਨੂੰਨਾਂ ਦੀਆਂ ਖਾਮੀਆਂ ਕੀ ਆ। ਹੁਣ ਆਂਧਰਾ ਪ੍ਰਦੇਸ਼ ਦਾ ਅੰਬ 4 ਰੁਪਏ ਦਾ ਚੱਲਦਾ ਹੈ ਤੇ 50 ਰੁਪਏ ਦਾ ਹੋ ਜਾਂਦਾ। ਮੈਨੂੰ ਲੱਗਦਾ 4 ਰੁਪਏ 'ਚ 8-10 ਰੁਪਏ ਤਾਂ ਟੋਲ ਦੇ ਪੈ ਜਾਂਦੇ ਹੋਣੇ, ਬਿਲਕੁਲ। ਬਾਕੀ ਵਪਾਰੀ ਦੇ ਬਣ ਜਾਂਦੇ ਆ। ਕੁਛ ਜਿਹੜਾ ਵਪਾਰੀ ਇੱਥੇ ਵੇਚਦਾ ਉਹਨੂੰ, ਤੇ ਅੰਬ ਜਦੋਂ ਰੇਹੜੀ ਤੇ ਆਉਂਦਾ 70-70 80-80 ਰੁਪਏ 100-100 ਰੁਪਏ ਕਿਲੋ ਹੋ ਜਾਂਦਾ ਜੀ। ਆ ਸੇਬਾਂ ਦਾ ਦੇਖ ਲਓ, ਆ ਵਪਾਰੀ ਕੀ ਕਰਦੇ ਆ, ਜਿੱਥੇ ਕੰਟਰੋਲ ਕਰਨ ਦੀ ਲੋੜ ਹੈ। ਆ ਤੁਸੀਂ ਸੇਬ ਚੱਕ ਲਓ ਗਗਨ ਰੇਹੜੀ ਤੋਂ, ਸੇਬ ਐਂ ਲਿਸ਼ਕਦਾ ਹੁੰਦਾ, ਚਾਹੇ ਕੰਘੀ ਕਰ ਲਓ ਮੂੰਹ ਦੇਖ ਕੇ, ਜੀ, ਪਤਾ ਨਹੀਂ ਕੀ ਲਾ ਦਿੰਦੇ ਉੱਤੇ। ਵੀ ਦੱਸੋ ਇਹ ਕਿਹੜੀ ਕੁਦਰਤ ਹੈ ਵੀ ਜੰਮੂ ਕਸ਼ਮੀਰ 'ਚ ਸੇਬ ਜਦੋਂ ਤੋੜਦੇ ਆ ਇੰਨਾ ਚਮਕਦਾ। ਵਪਾਰੀ ਆ ਵੀ ਕੰਮ ਕਰ ਦਿੰਦੇ ਨੇ, ਕਹਿੰਦੇ ਕੋਈ ਕੈਮੀਕਲ ਹੀ ਲਾ ਦਿੰਦੇ ਨੇ। ਜੀ, ਉਹ ਸੇਬ ਲਿਸ਼ਕਾਟੇ ਮਾਰਦਾ ਹੁੰਦਾ ਜੀ। ਸੋ ਸ਼ੀਸ਼ਾ ਦੇਖ ਲੈ ਬੰਦਾ। ਮਤਲਬ ਕੀ ਹੈ ਕਿ ਜਿਹੜਾ ਵਪਾਰੀ ਨੇ ਨਾ, ਉਹ ਦਿਖਾਵਟ ਦਾ ਪੈਸਾ ਕਿੰਨਾ ਕਮਾ ਜਾਂਦੇ ਆ। ਕਿਸਾਨ ਸਾਡੇ ਸਿੱਧੇ ਸਾਦੇ ਆ, ਔਰ ਮੂਲੀ ਧੋਣ ਦਾ ਮਿਲਦਾ ਕੁਛ ਨਹੀਂ। ਮੂਲੀ ਦੀ ਟਰਾਲੀ ਮੰਡੀ 'ਚ ਦੇਣੀ ਹੋਵੇ। ਅੱਜ ਇਹ ਵੀ ਦੱਸਿਆ ਦੇਖੋ, ਕਿਸਾਨ ਕਹਿੰਦੇ, ਮੈਂ ਗੱਲ ਵੀ ਸੁਣਾਉਣਾ ਥੋੜੀ ਉਹਨਾਂ ਦੀ, ਗਗਨ ਜੀ ਤੁਸੀਂ ਸੁਣਾ ਦਿਓ ਜੀ। ਕਿਸਾਨ ਕਹਿੰਦਾ ਅਸੀਂ ਮੰਡੀ 'ਚ ਫਸਲ ਲੈ ਕੇ ਜਾਂਦੇ ਆ ਨਾ ਜੀ, ਸਾਡੀ ਫਸਲ ਦੀ ਢੇਰੀ ਲਵਾ ਦਿੰਦੇ ਮੰਡੀ ਵਾਲੇ। ਜਿਵੇਂ ਲੇਟ ਆਏ ਵਿਦਿਆਰਥੀ ਨੂੰ ਮਾਸਟਰ ਕੁੱਕੜ ਬਣਾ ਦਿੰਦੇ। ਜੀ,
ਬੱਚਾ ਅਸੀਂ ਲੇਟ ਹੋ ਜਾਂਦੇ ਸੀ, ਸਾਨੂੰ ਕੁੱਕੜ ਬਣਾ ਦਿੰਦਾ ਸੀ ਮਾਸਟਰ ਕਲਾਸ ਦੇ ਦਰਵਾਜ਼ੇ ਮੂਹਰੇ, ਜੀ ਤੇ ਫਿਰ ਆਪਣੀ ਮਰਜ਼ੀ ਨਾਲ ਬੁਲਾਉਂਦਾ ਸੀ ਵੀ ਡੱਲੇ ਆ ਜਾ ਹੁਣ ਬਹੁਤ ਹੋ ਗਿਆ। ਸਾਰੇ ਬੱਚਿਆਂ ਦੇ ਕੁੱਕੜ ਬਣਿਆ ਸੀ। ਬਿਲਕੁਲ। ਪਰ ਕਿਸਾਨ ਉਹਦੀ ਜਾਨ ਨਾਲੋਂ ਵੱਧ ਉਤਪਾਦਨ ਹੈ, ਫਸਲ ਹੈ, ਸਬਜ਼ੀ ਹੈ, ਅੰਨ ਹੈ, ਮੰਡੀ 'ਚ ਢੇਰੀ ਲਵਾ ਦਿੰਦੇ ਜੀ ਮੂਲੀਆਂ ਦੀ, ਟਮਾਟਰ ਲੈ ਜਾਓ, ਆਲੂ ਲੈ ਜਾਓ, ਢੇਰੀ ਲਵਾ ਕੇ ਫਿਰ ਮੰਡੀ ਦਾ ਵਪਾਰੀ ਰੇਟ ਲਾਉਂਦਾ ਗਗਨ। ਉਹ ਦੇਖਦਾ ਵੀ 4 ਢੇਰੀਆਂ ਲੱਗ ਗਈਆਂ, ਢੇਰੀ ਵੱਧਦੀ ਜਾਂਦੀ ਕਿਉਂਕਿ ਕਿਸਾਨ ਹੋਰ ਆਈ ਜਾਂਦੇ। ਇੱਕ ਢੇਰੀ ਲੱਗੀ ਟਮਾਟਰਾਂ ਦੀ ਜਾਂ ਮੂਲੀਆਂ ਦੀ, ਉਨੀ ਦੇਰ ਤੱਕ ਉਹ ਰੇਟ ਨਹੀਂ ਲਾਉਣਗੇ। ਜਦੋਂ ਦੇਖਿਆ ਉਹਨਾਂ ਨੇ 5-7 ਢੇਰੀਆਂ ਲੱਗ ਗਈਆਂ, ਡੱਲਾ ਵੀ ਲਿਆਇਆ ਆਪਣੀ ਟਰਾਲੀ, ਗਗਨ ਵੀ ਲਿਆਇਆ ਜੀ, ਮੁੱਲ ਘਟਣ ਲੱਗ ਜਾਣਾ। ਉਹਨੇ ਕਹਿਣਾ 4 ਟਰਾਲੀਆਂ ਆ ਗਈਆਂ, ਮਰਜ਼ੀ ਦਾ ਮੁੱਲ ਲਾਉਂਦੇ ਆ। ਉਹੀ ਗੱਲ ਆ ਗਈ ਵੀ 4 ਰੁਪਏ ਕਿਲੋ ਅੰਬ ਤੇ ਰੁਪਈਆ ਕਿਲੋ ਆਲੂ, ਸਾਡੇ ਲੱਗਦੇ ਰਹੇ ਮੁੱਲ ਰੁਪਈਆ ਕਿਲੋ ਆਲੂ। ਬਿਲਕੁਲ। ਟਰਾਲੀ 'ਚ ਕੀ ਕਿਸਾਨ ਕਮਾਊਗਾ? ਫਿਰ ਉਹੀ ਆਲੂ ਬਾਹਰ ਆ ਕੇ ਅੱਖਾਂ 'ਚ ਧੂਏ ਕੱਢਦਾ ਹੈ ਜੀ। ਸੋ ਇਹ ਚੀਜ਼ਾਂ ਕਿਸਾਨ ਉਹੀ ਕਹਿ ਰਹੇ ਨੇ, ਕਹਿੰਦੇ ਇਹੀ ਤਾਂ ਸਾਡਾ ਦਰਦ ਹੈ। ਇਹਨਾਂ ਖੇਤੀ ਕਾਨੂੰਨਾਂ 'ਚ ਇਸ ਚੀਜ਼ ਦਾ ਤਾਂ ਸੰਤੁਲਨ ਹੀ ਹੈ ਨਹੀਂ। ਮੁੱਲ ਤੈਅ ਜਾਂ ਤਾਂ ਸਰਕਾਰ ਕਰੇ ਜੀ। ਹੁਣ ਸਰਕਾਰ ਕਹਿੰਦੀ ਅਸੀਂ ਮੁੱਲ ਨਹੀਂ ਤੈਅ ਕਰਨਾ, ਅਸੀਂ ਤਾਂ ਘੱਟੋ ਘੱਟ ਸਮਰਥਨ ਮੁੱਲ ਤੈਅ ਕਰ ਦਾਂਗੇ ਵੀ ਕਣਕ 1900 ਦੀ ਹੈ ਜਾਂ 1975 ਦੀ ਹੈ, ਖੁੱਲੀ ਮੰਡੀ ਹੈ ਜੀ। ਤੇ ਵਪਾਰੀ ਨੇ ਕੀ ਕਰਨਾ? ਉਹਨੇ ਢੇਰੀ ਲਵਾ ਲੈਣੀ ਕਿਸਾਨ ਦੀ, ਵੀ ਢੇਰੀ ਲਾ ਲੈ, ਦੱਸਦੇ ਆ ਰੇਟ ਐਂ ਘਟਦੇ ਆ। ਸਬਜ਼ੀਆਂ ਦੇ ਮੁੱਲ ਕਿਉਂ ਨਹੀਂ ਵਧੇ ਗਗਨ? ਇਸੇ ਕਰਕੇ ਨਹੀਂ ਵਧੇ। ਔਰ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਸਬਜ਼ੀਆਂ ਨੇ ਸ਼ੋਅਰੂਮ 'ਚ ਪਈਆਂ ਨੇ, ਉਹੀ ਗੱਲ ਆ ਗਈ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਜੀ। ਕੇਲੇ ਦੀ ਦਰਜਨ, ਉਹ ਜਿਹੜਾ ਆਪਣਾ ਉਹਨਾਂ ਦਾ ਉਹ ਸ਼ੋਅਰੂਮ ਬਣਿਆ ਹੋਇਆ ਨਾ, ਕੇਲੇ ਦੀ ਦਰਜਨ ਉਹ 'ਚ ਰੱਖਣ ਤੋਂ ਪਹਿਲਾਂ ਪਤਾ ਨਹੀਂ ਉਹਦੇ ਤੇ ਕੀ ਮਲਦੇ ਰਹਿੰਦੇ। ਉਹ ਕੇਲਾ ਦੇਖਣ ਨੂੰ ਹੀ ਇੰਨਾ ਚੰਗਾ ਲੱਗਦਾ, ਬੰਦਾ ਕਹਿੰਦਾ ਤੂੰ ਮੈਨੂੰ ਇਹ ਕੇਲਾ ਦੇ ਦੇ, ਭਾਵੇਂ 5 ਰੁਪਏ ਵੱਧ ਲੈ ਲਈ। ਜੀ। ਤੋਲ ਕੇ ਕੇਲਾ ਦਿੰਦੇ ਆ ਜੀ। ਦੇਖੋ ਸਾਡੇ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਪੰਜਾਬ ਦਾ ਇੱਥੇ ਟਰਾਲੀ ਜਾਂਦੇ, ਅਸੀਂ ਗੰਨਿਆਂ ਨਾਲ ਲਟਕ ਜਾਂਦੇ ਸੀ ਸਕੂਲੋਂ ਆਉਂਦੇ ਵਾਪਸ, ਤੇ ਜਦ ਤੱਕ ਗੰਨੇ ਤੋਂ ਲਾਹ ਨਹੀਂ ਸੀ ਲੈਂਦੇ ਅਸੀਂ ਘਰੇ ਨਹੀਂ ਸੀ ਮੁੜਦੇ ਛੁੱਟੀ ਬਾਅਦ। ਜੀ। ਮਤਲਬ ਕਿ ਟਰਾਲੀ ਵਾਲੇ ਨੂੰ ਪਤਾ ਵੀ ਲੱਗ ਜਾਂਦਾ ਸੀ, ਉਹ ਟਰਾਲੀ ਹੌਲੀ ਕਰ ਲੈਂਦਾ ਸੀ ਵੀ 2 ਗੰਨੇ ਲਾ ਲਓ ਕਾਕਾ, ਕਿਉਂਕਿ ਉਹਨੂੰ ਪਤਾ ਹੈ ਜੀ ਕਿ ਮਿੱਟੀ ਦੇ ਭਾਅ ਨੇ, ਵੀ ਮੰਡੀ 'ਚ ਤਾਂ ਕੋਈ ਮਿਲਣਾ ਨਹੀਂ, ਚੱਲ ਜਵਾਕ ਹੀ ਖੁਸ਼ ਹੋ ਜਾਣਗੇ। ਇਹ ਜ਼ਮੀਨੀ ਹਕੀਕਤ ਹੈ ਖੇਤੀਬਾੜੀ ਦੀ ਗਗਨ, ਜਿਹੜੀ ਕਿ ਜਾਂ ਤਾਂ ਮੋਦੀ ਸਾਹਿਬ ਨੂੰ, ਨਰਿੰਦਰ ਤੋਮਰ ਉਹਨਾਂ ਨੂੰ, ਇਹਨਾਂ ਨੂੰ ਸਮਝਾਉਣੀ ਪੈਣੀ। ਔਰ ਕਿਸਾਨ ਉਹੀ ਕਹਿ ਰਹੇ ਨੇ, ਕਹਿੰਦੇ ਇਸੇ ਕਰਕੇ ਤਾਂ ਸੈਂਪਲ ਦਿਖਾਇਆ 26 ਜਨਵਰੀ ਦਾ, ਸੈਂਪਲ ਇਸੇ ਕਰਕੇ ਦਿਖਾਇਆ ਜਾਂਦਾ ਨਾ। ਜਿਵੇਂ ਹੌਜ਼ਰੀਆਂ ਵਾਲੇ ਸੈਂਪਲ ਭੇਜਦੇ ਆ ਸਵੈਟਰਾਂ ਦਾ, ਸ਼ਾਲ ਦਾ, ਫਿਰ ਆਰਡਰ ਆਉਂਦਾ, ਇਹ ਸੈਂਪਲ ਦਿਖਾਇਆ ਦੇਸ਼ ਨੂੰ ਵੀ ਖੇਤੀਬਾੜੀ ਨੂੰ ਜ਼ਮੀਨ ਤੋਂ ਸਮਝਣ ਦੀ ਲੋੜ ਹੈ। ਸੋ ਬੜਾ ਚੰਗਾ ਲੱਗੇ ਅਗਰ ਇਹਨਾਂ ਕਾਨੂੰਨਾਂ 'ਚ ਗੱਲਾਂ ਹੁੰਦੀਆਂ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਦੀਆਂ ਸਹਿਕਾਰਤਾ ਸਮਿਤੀਆਂ, ਸਹਿਕਾਰਤਾ ਕਮੇਟੀਆਂ ਕਿਸਾਨਾਂ ਦੀਆਂ ਮੁੱਲ ਤੈਅ ਕਰ ਸਕਣ ਜਾਂ ਸਰਕਾਰ ਤੈਅ ਕਰੇ ਮੁੱਲ। ਜੀ। ਕਹਿੰਦੇ ਲੜਾਈ ਝਗੜਾ ਹੋ ਗਿਆ ਤਾਂ ਐਸਡੀਐਮ ਕੋਲ ਚਲੇ ਜਾਓ, ਬਸ ਅੱਗੇ ਨਹੀਂ। ਮੁੱਲ ਤੈਅ ਕਰਨ ਦੀ ਤਾਕਤ ਐਸਡੀਐਮ ਨੂੰ ਦੇਣ, ਪਰ ਉੱਥੇ ਵੀ ਖਤਰਾ ਹੈ। ਕਈ ਵਾਰੀ ਅਫਸਰ ਨੇ ਉਹ ਮੰਡੀ ਦੇ ਏਜੰਟਾਂ ਨਾਲ ਮਿਲ ਜਾਂਦੇ ਨੇ। ਬਿਲਕੁਲ। ਕਿਉਂਕਿ ਦੋਨਾਂ ਦਾ ਕੱਦ ਇੱਕੋ ਜਿਹਾ ਨਾ, ਸਾਰੇ ਉੱਚੀਆਂ ਮੋਟੇ ਟਾਇਰਾਂ ਵਾਲੇ ਗੱਡੀਆਂ ਦੇ ਮਾਲਕ ਨੇ ਜ਼ਿਆਦਾਤਰ। ਸੋ ਇਸ ਕਰਕੇ ਟਰੈਕਟਰ ਟਰਾਲੀ ਦੇ ਟਾਇਰ ਹੀ ਵੱਡੇ ਨੇ ਗਗਨ। ਸੋ ਕਿਸਾਨ ਕੋਲੇ ਬਹੁਤ ਔਖਾ ਦਾਲ ਫੁਲਕਾ ਚੱਲਦਾ, ਤਾਂ ਹੀ ਤਾਂ ਇੰਨੇ ਸੁਸਾਈਡ ਹੁੰਦੇ ਨੇ। ਸੋ ਉਹ ਅਧਿਕਾਰ ਬਣਾਉਣੇ ਚਾਹੀਦੇ ਸੀ। ਇਹਨਾਂ ਕਾਨੂੰਨਾਂ 'ਚ ਮੋਦੀ ਸਾਹਿਬ ਨੇ ਬਣਾਇਆ ਹੁੰਦਾ ਹੱਕ ਵੀ ਫਸਲਾਂ ਦਾ ਮੁੱਲ, ਟਮਾਟਰ ਦਾ ਮੁੱਲ, ਆਂਡਿਆਂ ਦਾ ਮੁੱਲ ਤੱਕ ਤੈਅ ਹੁੰਦਾ। ਦੇਖੋ ਮੁਲਕ 'ਚ ਹੈ ਜੀ, ਆਂਡੇ ਵਾਲੇ ਤੁਸੀਂ ਚੱਲ ਜਾਓ, ਲਗਭਗ ਇੱਕੋ ਜਿਹਾ ਮੁੱਲ ਹੈ ਆਂਡਿਆਂ ਦਾ, ਚਾਹੇ ਉਬਲਾ ਲੈ ਲਓ ਚਾਹੇ ਕੱਚਾ ਲੈ ਲਓ। ਬਿਲਕੁਲ। ਟਰੇ ਦਾ ਮੁੱਲ ਦੇਖ ਲਓ ਲਗਭਗ। ਖੇਤੀਬਾੜੀ 'ਚ ਨਹੀਂ ਹੈਗਾ। ਸੋ ਖੇਤੀਬਾੜੀ 'ਚ ਕਿਸਾਨਾਂ ਦਾ ਦਰਦ ਇਹ ਹੈ। ਮੈਂ ਗੱਲ ਵੀ ਥੋੜੀ ਜਿਹੀ ਗਗਨ ਸੁਣਾ ਦਿਓ, 2-2 ਸੈਕਿੰਡ 4-4 ਸੈਕਿੰਡ ਦੀ ਗੱਲ ਹੈ ਸਰ। ਬਿਲਕੁਲ। ਜਿੱਥੇ ਹੁਣ ਟਰੱਕ ਜਾਂਦਾ ਹੈ ਆਲੂਆਂ ਦਾ, ਉਹਦੇ ਤੇ ਹੁਣ ਤੁਹਾਨੂੰ ਕੀ ਦੱਸੀਏ, ਘੱਟੋ ਘੱਟ ਵੀ ਦਿੱਲੀ ਤੱਕ 1000 ਰੁਪਈਆ ਟੂਲ ਪਲਾਜ਼ਿਆਂ ਦਾ ਨਿਕਲਦਾ। ਇੱਕ ਟਰੱਕ ਆਲੂਆਂ ਪਿੱਛੇ? ਹਾਂ, 1000 ਰੁਪਈਏ ਤੋਂ ਘੱਟ ਪਰਚੀ ਨਹੀਂ ਪਹੁੰਚਦੀ। ਹੁਣ ਦੱਸੋ ਟਰੱਕ ਵਾਲੇ ਨੂੰ ਔਰ ਪੈਣਾ ਕੀਤੇ ਜਿਹਨੇ ਆਲੂ ਲੈ ਕੇ ਜਾਣੇ ਨੇ। ਪਰ ਸਰਕਾਰ ਤਾਂ ਕਹਿੰਦੀ ਖੇਤੀਬਾੜੀ ਤੇ ਟੈਕਸ ਕੋਈ ਨਹੀਂ। ਇਹ ਝੂਠ ਬੋਲਦੀ ਹੈ। ਕੌਣ ਕਹਿੰਦਾ? ਜੇ ਉੱਥੋਂ 4 ਰੁਪਈਏ ਕਿਲੋ ਅੰਬ ਆ ਕੇ ਉੱਥੋਂ ਲੋਡ ਹੁੰਦੀ ਹੈ ਟਰੱਕ, 1 ਅਪ੍ਰੈਲ ਨੂੰ ਆਂਧਰਾ 'ਚੋਂ ਟਰੱਕ ਲੋਡ ਹੁੰਦਾ ਅੰਬ ਦਾ,
ਅੰਮ੍ਰਿਤਸਰ ਆ ਕੇ ਉਸੇ ਅੰਬ ਨੇ 50 ਰੁਪਏ ਕਿਲੋ ਵੇਚਣਾ ਹੈ। ਫਿਰ ਉਹਨੇ ਖਰਚੇ ਟੂਲ ਪਲਾਜੇ ਵੀ ਲਾ ਕੇ ਆਉਣੇ ਨੇ। ਫਿਰ ਦੱਸੋ ਉਹਦਾ ਮੁਨਾਫਾ? ਉਹ ਤਾਂ ਉੱਥੇ ਹੀ ਰਹਿ ਗਏ। ਜਿਹੜਾ ਵਪਾਰੀ ਲੈ ਕੇ ਮੁਨਾਫਾ ਤਾਂ ਵਪਾਰੀ ਖਾ ਗਿਆ, ਜ਼ਿਮੀਂਦਾਰ ਨੂੰ ਕੀ ਮਿਲਿਆ? ਹਾਂਜੀ, ਉਹ ਮੰਡੀ ਵਾਲੇ ਹੀ ਤੈਅ ਕਰਦੇ ਨੇ, ਕਿਸਾਨ ਨੂੰ ਕੋਈ ਅਧਿਕਾਰ ਨਹੀਂ। ਉਹ ਢੇਰੀ ਲਾ ਕੇ ਬੈਠ ਜਾਂਦਾ, ਉਹ ਆਪਣੀ ਮਰਜ਼ੀ ਨਾਲ ਭਾਅ ਉੱਥੇ ਲਾਉਂਦੇ ਨੇ ਜੀ। ਮਰਜ਼ੀ ਨਾਲ ਭਾਅ ਕਿਉਂ ਲਾਉਂਦੇ? ਕਦੀ ਕਿਸਾਨਾਂ ਨੇ ਨਹੀਂ ਸੋਚਿਆ ਵੀ ਅਸੀਂ ਭਾਅ ਲਾਈਏ? ਕਿਸਾਨਾਂ ਦੇ ਇਹੀ ਤਾਂ ਬਿਮਾਰੀ ਆ। ਜੇ ਕਿਸਾਨਾਂ ਨੂੰ ਇਹ ਦਿੱਤਾ ਜਾਵੇ ਆਪਣਾ ਬੋਲਣ ਦਾ ਅਧਿਕਾਰ, ਵੇਚਣ ਦਾ ਅਧਿਕਾਰ, ਤਾਂ ਕਿਸਾਨ ਸਫਲ ਨਾ ਹੋ ਜਾਵੇ। ਦੇਖੋ ਜੀ ਕਿਵੇਂ ਦਰਦ ਪ੍ਰਗਟ ਕੀਤਾ। ਦੋਨੇ ਤਿੰਨੇ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਸੀ ਉਹ ਇਹਨਾਂ ਨੇ ਦੱਸੀਆਂ ਹੁਣ। ਜੀ ਬਿਲਕੁਲ। ਸੋ ਇੱਕ ਪਾਸੇ ਜਿੱਥੇ ਕਿਸਾਨ ਆਪਣਾ ਦਰਦ ਸੁਣਾ ਰਹੇ ਨੇ, ਉਧਰ ਦੂਜੇ ਪਾਸੇ ਦੇਸ਼ ਦਾ ਮੀਡੀਆ ਵੀ ਕਈ ਹਰੇਕ ਘਰਾਣੇ ਦੀ ਗੱਲ ਨਹੀਂ ਕਰਦਾ। ਕਈ ਮੀਡੀਆ ਘਰਾਣੇ ਅਜਿਹੇ ਵੀ ਨੇ ਜਿਹੜੇ ਮੋਢੇ ਤੇ ਚੜ੍ਹ ਕੇ ਮੇਲਾ ਵੇਖਦੇ ਨੇ। ਅਜਿਹੇ ਘਰਾਣਿਆਂ ਦਾ ਵਿਰੋਧ ਕਿਸਾਨੀ ਅੰਦੋਲਨ ਦੇ ਦੌਰਾਨ ਹੋਇਆ ਏ। ਕਿਸਾਨਾਂ ਨੇ ਉਹਨਾਂ ਨੂੰ ਨਾਅਰੇਬਾਜ਼ੀ ਦੇ ਜ਼ਰੀਏ ਦੱਸਿਆ ਹੈ ਕਿ ਤੁਸੀਂ ਗਲਤ ਕਰ ਰਹੇ ਹੋ। ਉਸ ਦੀਆਂ ਤਸਵੀਰਾਂ ਪਹਿਲਾਂ ਵਿਖਾਉਂਦੇ ਹਾਂ, ਫਿਰ ਡੱਲਾ ਸਾਹਿਬ ਦੀ ਇਸ ਤੇ ਟਿੱਪਣੀ ਵੀ ਲਵਾਂਗੇ। ਡੱਲਾ ਜੀ, ਤਸਵੀਰਾਂ ਤੁਸੀਂ ਵੀ ਵੇਖੀਆਂ, ਕਿੱਦਾਂ ਵੇਖ ਰਹੇ ਹੋ? ਗੋਦੀ ਮੀਡੀਆ ਮੁਰਦਾਬਾਦ ਦੇ ਨਾਅਰੇ ਲੱਗਦੇ ਨੇ। ਦੇਖੋ ਮੁਲਕ 'ਚ ਮੀਡੀਆ ਦੀ ਕਿੱਡੀ ਇੱਜ਼ਤ ਸੀ ਕਿਸੇ ਸਮੇਂ ਤੱਕ ਜੀ। ਹੈ ਜੀ, ਮੀਡੀਆ ਵਾਲਿਆਂ ਨੂੰ ਬਹੁਤ ਸਤਿਕਾਰ ਦਿੰਦੇ ਸੀ। ਆ ਹੁਣ ਤੁਸੀਂ ਦੇਖ ਲਓ, ਮੂਹਰੇ ਲਾ ਲਏ ਗੋਦੀ ਮੀਡੀਆ ਵਾਲੇ। ਹੁਣ ਮੈਨੂੰ ਪਤਾ ਨਹੀਂ ਉਹ ਕਿਹੜੇ ਚੈਨਲ ਦੇ ਸੀ, ਕਿਸੇ ਚੈਨਲ ਦੇ ਸੀ ਜਾਂ ਕਿਸੇ ਅਖਬਾਰ ਦੇ ਪੱਤਰਕਾਰ ਸੀ। ਵੈਸੇ ਅਖਬਾਰਾਂ ਵਾਲੇ ਚਲੋ ਘੱਟ ਗੋਦੀ ਮੀਡੀਆ ਨੇ ਜੀ, ਚੈਨਲ ਥੋੜੇ ਜਿਹੇ ਸਾਡੇ ਕੁਝ ਜ਼ਿਆਦਾ ਨੇ ਗੋਦੀ ਮੀਡੀਆ। ਮੈਂ ਕਹਿੰਦਾ ਗੋਦੀ ਮੀਡੀਆ ਬਣਨਾ ਵੀ ਮਾੜੀ ਗੱਲ ਨਹੀਂ। ਦੇਸ਼ ਲਈ ਬਣੋ ਗੋਦੀ ਮੀਡੀਆ, ਦੇਸ਼ ਦੀ ਗੋਦੀ 'ਚ ਬੈਠੋ। ਜੀ, ਚੰਦ ਲੀਡਰਾਂ ਦੀ ਗੋਦੀ 'ਚ ਕਿਉਂ ਬੈਠਦੇ ਹੋ? ਸੋ ਇਸ ਕਰਕੇ ਇਹ ਮਜਬੂਰੀ ਵੀ ਹੈ, ਬਾਕੀ ਕਈ ਪੱਤਰਕਾਰਾਂ ਦੀ ਮਜਬੂਰੀ ਹੈ। ਗਗਨ, ਮਾਲਕ ਗੋਦੀ 'ਚ ਬੈਠੇ ਹੁੰਦੇ, ਪੱਤਰਕਾਰ ਆਪਣੇ ਆਪ ਹੀ ਗੋਦੀ 'ਚ ਆ ਜਾਂਦਾ ਮਾਲਕਾਂ ਨਾਲ। ਜੀ, ਉਹ ਅਦਾਰੇ ਨੂੰ ਨਹੀਂ ਛੱਡ ਸਕਦਾ। ਜਿਹੜਾ ਅਦਾਰਾ ਹੀ ਗੋਦੀ 'ਚ ਜਾ ਕੇ ਬਹਿ ਗਿਆ, ਪੱਤਰਕਾਰ ਆਪ ਹੀ ਗੋਦੀ 'ਚ ਆ ਗਿਆ। ਬਿਲਕੁਲ। ਪਰ ਤੁਸੀਂ ਦੇਖੋ ਕਿਵੇਂ ਭਜਾਏ। ਮੈਂ ਤਸਵੀਰਾਂ ਦੇਖ ਰਿਹਾ ਸੀ ਕਿ ਇਹਨਾਂ ਕਿਸਾਨਾਂ ਤੇ ਅਗਰ ਕੋਈ ਟੀਚਰ ਕਰੂਗਾ, ਕਈ ਟੈਲੀਵਿਜ਼ਨ ਮੈਂ ਦੇਖਦਾ ਗੋਦੀ ਮੀਡੀਆ ਵਾਲੇ, ਜੀ, ਉਹ ਐਂ ਕਹੀ ਜਾਂਦੇ ਆ। ਦੇਖੋ ਮੈਂ ਦੇਖਿਆ ਕਈ ਚੈਨਲ ਕੱਲ, ਉਹ ਕਿਸਾਨਾਂ ਦੀ ਇਸ ਰੈਲੀ ਨੂੰ ਭਾਵਨਾਤਮਕ ਰੂਪ 'ਚ ਨਹੀਂ ਸੀ ਦੇਖ ਰਹੇ। ਉਹ ਟਰੈਕਟਰ ਨੂੰ ਇੰਜ ਦੇਖ ਰਹੇ ਸੀ ਜਿਵੇਂ ਪਤਾ ਨਹੀਂ ਦਿੱਲੀ 'ਚ ਗਾਹ ਪਾਣ ਆ ਗਏ। ਇਹ ਟਰੈਕਟਰਾਂ ਕਰਕੇ ਤੁਹਾਡੇ ਢਿੱਡ ਭਰੇ ਜਾਂਦੇ ਨੇ। ਖੇਤਾਂ 'ਚ ਟਰੈਕਟਰ ਟਰਾਲੀ ਬਲਦ ਨਾ ਚੱਲਣ ਨਾ ਜੀ, ਤਵੀਆਂ ਨਾ ਫਿਰਨ, ਤੇ ਰੋਟੀ ਕਿੱਥੋਂ ਨਿਕਲਣੀ ਹੈ ਜੀ? ਬਿਲਕੁਲ। ਸਰਹੱਦ ਤੇ ਫੌਜ ਹੈ ਨਾ ਜੀ, ਸਾਡੀ ਸਲੂਟ ਹੈ ਉਹਨਾਂ ਨੂੰ। ਜੇ ਸਰਹੱਦ ਤੇ ਫੌਜੀਆਂ ਨੂੰ ਅਸਲਾ ਨਹੀਂ ਪੁੱਜੂਗਾ ਤੇ ਕਿਵੇਂ ਰਾਖੀ ਕਰਨਗੇ ਦੇਸ਼ ਦੀ? ਸੋ ਕਿਸਾਨਾਂ ਦਾ ਹਥਿਆਰ ਹੈ ਟਰੈਕਟਰ ਟਰਾਲੀ ਬਲਦ ਤਵੇ ਤਵੀਆਂ, ਹੈ ਜੀ, ਕਹਾੜੀਆਂ ਕਈਆਂ। ਸੋ ਇਸ ਕਰਕੇ ਆ ਦੇਖੋ ਝਾੜੀਆਂ 'ਚ ਪਿੱਛੇ ਪਿੱਛੇ ਕਿਸਾਨ ਸਾਡੇ ਇੰਜ ਹੋ ਗਏ ਕਿ ਆ ਕਿਸੇ ਨੂੰ ਨਹੀਂ, ਦੇਖੋ ਕਿਸੇ ਪੱਤਰਕਾਰ ਦਾ ਉਹਨਾਂ ਨੇ ਨੁਕਸਾਨ ਨਹੀਂ ਕੀਤਾ। ਜੀ, ਸਿਰਫ ਗੋਦੀ ਮੀਡੀਆ ਮੁਰਦਾਬਾਦ ਦੇ ਨਾਅਰੇ ਲਾਏ ਨੇ ਤਾਂ ਕਿ ਉਹਨਾਂ ਦੀ ਜ਼ਮੀਰ ਜਾਗੇ। ਹੁਣ ਉਹ ਘਰੇ ਜਾ ਕੇ ਜਦੋਂ ਰੋਟੀ ਖਾਣਗੇ ਨਾ ਜੀ, ਟਰੈਕਟਰ ਰੈਲੀ ਅੱਖਾਂ ਅੱਗੇ ਆਪਣੇ ਆਪ ਆ ਜਾਣੀ। ਬਿਲਕੁਲ। ਉਹ ਫਿਰ ਉਹਨਾਂ ਨੂੰ ਸਮਝ ਆਊਗੀ ਵੀ ਇਹ ਟਰੈਕਟਰ ਕਿੰਨੇ ਔਖੇ ਨੇ ਸਾਹਮਣੇ, ਕਿੰਨੀਆਂ ਇਹਨਾਂ ਦੀਆਂ ਕਿਸ਼ਤਾਂ ਨੇ। ਜਿਹੜੇ ਰੈਲੀ 'ਚ ਤੁਰੇ ਫਿਰਦੇ ਸੀ ਨਾ ਜੀ, ਇਹ ਜਿੰਨੇ ਟਰੈਕਟਰ ਰੈਲੀ 'ਚ ਤੁਰੇ ਫਿਰਦੇ ਸੀ ਗਗਨ, ਮੈਨੂੰ ਲੱਗਦਾ 90-95% ਸਾਡੇ ਮੁਲਕ ਦੀ ਆਰਥਿਕਤਾ ਨੇ। ਬਿਲਕੁਲ। ਉਹ ਸਾਡੇ ਮੁਲਕ ਦੀ ਆਰਥਿਕਤਾ ਨੇ। ਅਗਰ 50,000 ਤੋਂ 1 ਲੱਖ ਟਰੈਕਟਰ ਉੱਥੇ ਫਿਰਦਾ ਸੀ ਔਰ ਮੁਲਕ 'ਚ 4-5 ਲੱਖ 6 ਲੱਖ 7 ਲੱਖ 8 ਲੱਖ ਟਰੈਕਟਰ ਰੈਲੀਆਂ ਕਰ ਰਿਹਾ ਸੀ, ਉਹ ਸਾਰੇ ਫਾਈਨਾਂਸ ਹੋਏ ਨੇ। ਉਹੀ ਮੁਲਕ ਦੀ ਆਰਥਿਕਤਾ ਹੈ। ਅੱਜ ਮੁਲਕ ਦੀ ਰੋਂਦੀ ਹੋਈ ਆਰਥਿਕਤਾ ਸੜਕਾਂ ਤੇ ਆਈ ਹੈ। ਇਹਨੂੰ ਇਸ ਰੂਪ 'ਚ ਵੀ ਅਸੀਂ ਦੇਖ ਲਈਏ। ਜਿਹੜੇ ਮਜ਼ਾਕ ਉਡਾਉਂਦੇ ਕਈ ਲੋਕ ਟਿਚਰਾਂ ਕਰਦੇ ਸੀ, ਹੈ ਜੀ, ਤਾਂ ਹੀ ਗੋਦੀ ਮੀਡੀਆ ਪਿੱਛੇ ਦੇਖੋ ਭੱਜ ਕੇ ਝਾੜੀਆਂ 'ਚ ਵਾੜ ਲਏ, ਸਰਕੰਡਿਆਂ 'ਚ ਕਿਹਾ ਕੁਛ ਨਹੀਂ, ਗੋਦੀ ਮੀਡੀਆ ਮੁਰਦਾਬਾਦ ਦੇ ਨਾਅਰੇ ਲਾਏ। ਸੋ ਇਸ ਕਰਕੇ ਇਹ ਟਰੈਕਟਰ ਰੈਲੀ ਨੂੰ ਸਤਿਕਾਰ ਦੇਣਾ ਬਣਦਾ ਹਰ ਮੀਡੀਆ ਦਾ। ਇਹ ਟਰੈਕਟਰ ਰੈਲੀ ਦੇਸ਼ ਦੀ ਮੁਹੱਬਤ ਦੀ, ਦੇਸ਼ ਦੇ ਸਤਿਕਾਰ ਦੀ ਰੈਲੀ ਸੀ। ਮੂਰੇ ਕੌਮੀ ਝੰਡਾ ਲੱਗਿਆ। ਦੱਸੋ ਬਿਲਕੁਲ। ਇਹ ਮੈਂ ਹੁਣ ਉਹ ਕਿੱਥੇ ਭੱਜ ਗਏ ਹੈ ਜੀ, ਜਿਹੜੇ ਕਹਿੰਦੇ ਸੀ ਇਹਨਾਂ ਦੇ ਵਿੱਚ ਖਾਲਿਸਤਾਨੀ ਨੇ, ਇਹਨਾਂ 'ਚ ਦੇਸ਼ ਵਿਰੋਧੀ ਨੇ। ਹੁਣ ਤੁਸੀਂ ਦੇਖੋ ਕਿੰਨੀਆਂ ਪੋਲੀਟੀਕਲ ਪਾਰਟੀਆਂ ਨੇ।
ਇਹ 2-4 ਬੰਦੇ ਕੋਈ ਕਿਸਾਨ ਅੰਦੋਲਨ ਚ ਇਹੋ ਜਿਹੇ ਤੁਰੇ ਫਿਰਦੇ ਹੋਣਗੇ, ਇਹ ਸਾਰੇ ਕਿਸਾਨ ਅੰਦੋਲਨ ਨੂੰ ਹੀ ਬਦਨਾਮ ਕਰੀ ਜਾਂਦੇ। ਪਹਿਲਾਂ ਐ ਸਾਰੇ ਪੰਜਾਬ ਨੂੰ ਕਹਿੰਦੇ ਹੁੰਦੇ ਸੀ। ਬਿਲਕੁਲ। ਉਹ ਵੀ ਮਾੜਾ ਦੌਰ ਪੰਜਾਬ ਨੇ ਦੇਖਿਆ ਨਾ ਜੀ। ਬਾਹਰਲੇ ਸੂਬਿਆਂ 'ਚ ਪੰਜਾਬੀ ਜਦੋਂ ਜਾਂਦੇ ਸੀ ਕਾਲੇ ਦੌਰ 'ਚ, ਸਾਰਿਆਂ ਨੂੰ ਸ਼ੱਕ ਨਾਲ ਦੇਖਦੇ ਸੀ ਲੋਕ। ਉਵੇਂ ਇਸ ਅੰਦੋਲਨ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਹੁਣ ਤੁਸੀਂ ਦੇਖੋ ਸਾਡੀਆਂ ਕਿੰਨੀਆਂ ਪੋਲੀਟੀਕਲ ਪਾਰਟੀਆਂ ਨੇ, ਆ ਕਿੰਨੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਰਿਸ਼ਵਤਾਂ ਲੈਂਦੇ ਫੜੇ ਗਏ ਜੀ। ਕੀ ਸਾਰੇ ਕਰਪਟ ਹੋ ਗਏ? ਦੱਸੋ। ਹਾਂਜੀ, ਆ ਕਈ ਪੋਲੀਟੀਕਲ ਪਾਰਟੀਆਂ ਵਾਲੇ ਤਾਂ ਬਦਨਾਮ ਹੀ ਬੜੇ ਆ ਗਗਨ। ਮੈਂ ਹੁਣ ਕਿਹਦਾ ਨਾਮ ਲਵਾਂ? ਕਹਿੰਦੇ ਇੱਕੋ ਥੈਲੀ ਦੇ ਚੱਟੇ ਵੱਟੇ ਆ ਕਈ ਤਾਂ। ਬਿਲਕੁਲ। ਕਈਆਂ ਦੀਆਂ ਨੀਲੀਆਂ ਫਿਲਮਾਂ ਆਈਆਂ ਹੋਈਆਂ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਦੀਆਂ, ਹੈ ਜੀ। ਸੋ ਨੀਲੀ ਫਿਲਮ ਆਉਣਾ ਕੋਈ ਸ਼ੋਭਾ ਵਾਲੀ ਗੱਲ ਹੈ ਜੀ? ਦੱਸੋ। ਜ਼ਿਆਦਾ ਚਾਅ ਹੈ ਬੰਬੇ ਚੱਲ ਜਾਓ, ਕੋਈ ਸਹਾਇਕ ਕਲਾਕਾਰ ਦੀ ਭੂਮਿਕਾ ਅਦਾ ਕਰੋ ਚੰਗੀ ਜੀ ਫਿਲਮ 'ਚ। ਨੀਲੀਆਂ ਫਿਲਮਾਂ ਪੋਲੀਟੀਕਲ ਪਾਰਟੀਆਂ ਦੇ ਲੋਕਾਂ ਦੀਆਂ, ਸੀਡੀਆਂ ਕਰਪਸ਼ਨ ਦੀਆਂ, ਪੈਸੇ ਲੈਂਦਿਆਂ ਦੀਆਂ, ਇਹਨਾਂ ਦੀਆਂ। ਸ਼ੱਕ ਕਰਦੇ ਨੇ, ਕਹਿੰਦੇ ਆ ਕਿਸਾਨ ਇਹਨਾਂ 'ਚ ਖਾਲਿਸਤਾਨੀ ਨੇ ਜੀ। ਕੋਈ ਮਾੜੇ ਬੰਦੇ ਹਰ ਸੁਸਾਇਟੀ 'ਚ ਨੇ, ਪਰ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਹਿ ਦਿਆਂਗੇ ਵੀ ਉਹ ਨੀਲੀਆਂ ਫਿਲਮਾਂ ਵਾਲੀਆਂ ਨੇ? ਕਿ ਅਸੀਂ ਸਾਰੀਆਂ ਪੋਲੀਟੀਕਲ ਲੀਡਰਾਂ, ਪੋਲੀਟੀਕਲ ਪਾਰਟੀਆਂ ਨੂੰ ਕਹਿ ਦਾਂਗੇ ਵੀ ਸਾਰੀਆਂ ਕਰਪਟ ਨੇ? ਕੁਝ ਬੰਦੇ ਕਰਪਟ ਹੋ ਸਕਦੇ ਨੇ, ਕੁਝ ਬੰਦੇ ਨੀਲੀਆਂ ਫਿਲਮਾਂ ਵਾਲੇ ਕਲਾਕਾਰ ਹੈਗੇ ਨੇ ਪਾਰਟੀਆਂ 'ਚ। ਇਹੋ ਜਿਹਾ ਰੁਜ਼ਗਾਰ ਨਹੀਂ ਚਾਹੀਦਾ, ਇਹ ਰੁਜ਼ਗਾਰ ਬੰਦ ਕੀਤਾ ਜਾਣਾ ਚਾਹੀਦਾ ਜੀ। ਬਿਲਕੁਲ। ਤੇ ਜ਼ਰੂਰਤ ਵੀ ਹੈ ਕਿ ਮੀਡੀਆ ਵੀ ਜਦੋਂ ਕਿਸੇ ਅਜਿਹੇ ਅੰਦੋਲਨ ਦੀ ਕਵਰੇਜ ਕਰਦਾ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਜੇ ਕੋਈ ਉਹਦਾ ਮਾੜਾ ਪੱਖ ਨਾ ਦਿਖਾਓ, ਪਰ ਚੰਗੇ ਪੱਖ ਨੂੰ ਮਾੜਾ ਵਿਖਾ ਕੇ ਨਾ ਪੇਸ਼ ਕੀਤਾ ਜਾਵੇ ਤਾਂ ਜੋ ਹਰੇਕ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਦੇਖੋ ਸਾਡੇ ਕਈ ਕੌਮੀ ਚੈਨਲ ਦੇਸ਼ ਭਗਤ ਕਿੰਨੇ ਨੇ, ਸਤਿਕਾਰ ਕਰਦੇ ਆ ਉਹਨਾਂ ਦਾ। ਬਿਲਕੁਲ। ਜਿਹੜੇ ਚੰਗੇ ਨੇ ਉਹ ਚੰਗੇ ਨੇ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਜਿਹੜਾ ਮੀਡੀਆ ਵੀ ਕਵਰ ਕਰਦਾ ਉਹ ਅਸਲ ਮੀਡੀਆ ਦੇ ਪੱਖ ਦੇ ਉੱਤੋਂ ਕਵਰ ਕਰਿਆ ਕਰੇ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਆਵੇ। ਤੇ ਡੱਲਾ ਜੀ ਉਧਰ ਸੁਪਰੀਮ ਕੋਰਟ ਦੇ ਵਿੱਚ ਵੀ ਕਿਸਾਨੀ ਅੰਦੋਲਨ ਨੂੰ ਲੈ ਕੇ ਗੱਲਬਾਤ ਹੋਈ ਹੈ। ਸੁਪਰੀਮ ਕੋਰਟ ਨੇ ਵੀ ਅਗਲੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਨੇ, ਕੀ ਕੁਝ ਉਹਨਾਂ ਹਦਾਇਤਾਂ ਦੇ ਵਿੱਚ ਖਾਸ ਰਿਹਾ ਹੈ? ਦੇਖੋ ਸੁਪਰੀਮ ਕੋਰਟ ਦਾ ਫਿਰ ਧੰਨਵਾਦ ਹੈ। ਸੁਪਰੀਮ ਕੋਰਟ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਚਿੰਤਤ ਹੈ, ਸਰਕਾਰ ਤੋਂ ਬਾਰ-ਬਾਰ ਪੁੱਛ ਰਹੀ ਹੈ ਵੀ ਗੱਲਬਾਤ ਕਿੱਥੇ ਪਹੁੰਚੀ। ਸੁਪਰੀਮ ਕੋਰਟ ਨੇ ਹੱਕ ਵੀ ਦਿੱਤਾ ਹੈ ਸੰਵਿਧਾਨਕ ਦਾਇਰੇ 'ਚ ਰਹਿ ਕੇ ਅੰਦੋਲਨ ਕਰਨ ਦਾ। ਔਰ ਸੁਪਰੀਮ ਕੋਰਟ ਦੇ ਲੋਕਤੰਤਰ ਬਹਾਲ ਕਰਨ ਵਾਲੇ ਰਵੱਈਏ ਕਰਕੇ ਹੀ ਕਿਸਾਨ ਸਾਡੇ ਦੇਖੋ ਹੱਕ ਸਮਝਦੇ ਆ ਵੀ ਇਹ ਮੁਲਕ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਸਾਡਾ ਹੱਕ ਹੈ ਜੀ। ਬੀਜੇਪੀ ਵਾਲਿਆਂ ਨੂੰ ਵੀ ਹੱਕ ਹੈ ਆਪਣੀ ਗੱਲ ਰੱਖਣ, ਸਮਝਾਉਣ। ਪਹਿਲਾਂ ਹੀ ਸਮਝਾਉਣਾ ਚਾਹੀਦਾ ਸੀ ਉਹਨਾਂ ਨੂੰ। ਤਾਂ ਇਮਤਿਹਾਨਾਂ ਤੋਂ ਬਾਅਦ ਵੀ ਕੋਈ ਟਿਊਸ਼ਨ ਰੱਖਦਾ ਗਗਨ ਜੀ, ਹੈ ਜੀ? ਪੱਕੇ ਪੇਪਰਾਂ ਤੋਂ ਬਾਅਦ ਮੈਂ ਤਾਂ ਕਦੀ ਟਿਊਸ਼ਨ ਰੱਖੀ ਨਹੀਂ। ਇਹ ਉਹੀ ਗੱਲ ਹੈ ਵੀ ਹੁਣ ਤੁਸੀਂ ਪੱਕੇ ਪੇਪਰਾਂ ਤੋਂ ਬਾਅਦ ਬੱਚਿਆਂ ਨੂੰ ਸਮਝਾਉਣ ਆ ਰਹੇ ਹੋ। ਬੱਚੇ ਮਤਲਬ ਅਸੀਂ ਆਮ ਲੋਕ। ਸਰਕਾਰ ਇਮਤਿਹਾਨਾਂ ਤੋਂ ਬਾਅਦ, ਕਾਨੂੰਨ ਪਾਸ ਕਰਨ ਤੋਂ ਬਾਅਦ ਸਮਝਾਉਣ ਆ ਰਹੀ ਹੈ, ਜਦ ਕਿ ਪਹਿਲਾਂ ਸਮਝਾਉਣਾ ਚਾਹੀਦਾ ਸੀ, ਪੁੱਛਣਾ ਚਾਹੀਦਾ ਸੀ, ਦੱਸਣਾ ਚਾਹੀਦਾ ਸੀ। ਦੇਖੋ ਵਿਆਹ ਤੋਂ ਪਹਿਲਾਂ ਕਿਉਂ ਪਰਿਵਾਰ ਸਾਰਿਆਂ ਨਾਲ ਗੱਲ ਕਰਦਾ, ਰਿਸ਼ਤੇਦਾਰਾਂ ਨਾਲ, ਜੀ, ਵੀ ਕੋਈ ਬਾਅਦ ਚ ਇਹ ਨਾ ਕਹਦੇ ਵੀ ਤੁਸੀਂ ਕਿਹੜਾ ਸਾਨੂੰ ਪਹਿਲਾਂ ਪੁੱਛਿਆ ਸੀ, ਹੈ ਨੀ? ਬਿਲਕੁਲ। ਸੋ ਹਲਵਾਈ ਵੀ ਬਰਫੀ ਬਣਾਉਣ ਤੋਂ ਪਹਿਲਾਂ 2-3 ਕਾਰੀਗਰਾਂ ਤੋਂ ਸਲਾਹ ਲੈ ਲੈਂਦਾ ਵੀ ਭਾਈ ਮਿੱਠਾ ਕਿੰਨਾ ਕੁ ਪਾਉਣਾ, ਸਲਾਹ ਕਰ ਲਓ, ਇੰਨੇ ਕਿਲੋ ਦੁੱਧ ਹੈ, ਇੰਨੀ ਬਰਫੀ ਬਣਾਉਣੀ ਆਪਾਂ, ਕਿੰਨੀ ਕੁ ਕਾੜਨਾ ਦੁੱਧ, ਕਿੰਨਾ ਕੁ ਨਹੀਂ, ਜੀ, ਕਿੰਨੀਆਂ ਕੁ ਪਾਥੀਆਂ ਚਾਹੀਦੀਆਂ, ਕਿੰਨੀਆਂ ਕੁ ਲੱਕੜਾਂ ਚਾਹੀਦੀਆਂ, ਭੱਠੀ ਕਿੱਥੋਂ ਲਿਆਉਣੀ, ਸਾਰੀਆਂ ਗੱਲਾਂ ਵਿਉਂਤਬੰਦੀ ਬਣਦੀਆਂ ਨਾ। ਬਿਲਕੁਲ। ਇਹ ਤਾਂ ਸਾਨੂੰ ਪਤਾ ਹੀ ਉਦੋਂ ਲੱਗਿਆ ਸਵੇਰੇ ਜਦੋਂ ਖਬਰ ਹੀ ਆਈ ਵੀ ਆਰਡੀਨੈਂਸ ਮੰਤਰੀ ਮੰਡਲ ਨੇ ਬੈਠਕ ਕਰਕੇ ਖੇਤੀਬਾੜੀ ਦਾ ਆਰਡੀਨੈਂਸ ਪਾਸ ਕਰਤਾ। ਆਰਡੀਨੈਂਸ ਨੂੰ 6 ਮਹੀਨਿਆਂ 'ਚ ਕਾਨੂੰਨ ਬਣਾਉਣਾ ਹੁੰਦਾ ਜੀ। ਮਹਾਮਾਰੀ ਦਾ ਦੌਰ ਸੀ, ਲੋਕਡਾਊਨ ਸੀ, ਮੂੰਹ ਦੇ ਉੱਤੇ ਲਿਫਾਫੇ ਲੱਗੇ ਸੀ ਕਾਗਜ਼ ਕੱਪੜੇ ਵਾਲੇ, ਚੇਪੀਆਂ ਕੱਪੜੇ ਵਾਲੀਆਂ। ਜੀ। ਆਰਡੀਨੈਂਸ ਉਸ ਵੇਲੇ ਆਇਆ, ਕਦੋਂ ਵਿਚਾਰ ਚਰਚਾ ਹੋਈ, ਮੁਲਕ ਦੇ ਵਿੱਚ ਗੱਲਬਾਤ ਹੋਈ। ਹੁਣ ਉਹ ਦਿੱਕਤ ਹੈ। ਬੀਜੇਪੀ ਹੁਣ ਚਲੋ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਮਝਾਉਣ, ਪਰ ਆਪ ਵੀ ਸਮਝਣ। ਬੀਜੇਪੀ ਦੇ ਲੀਡਰ ਵੀ ਜ਼ਮੀਨੀ ਹਕੀਕਤ ਨੂੰ ਸਮਝਣ। ਸਾਡੀ ਸਰਕਾਰ ਹੈ, ਕੋਈ ਬਗਾਨੇ ਨਹੀਂ ਸਾਡੇ ਤੋਂ। ਇਸੇ ਕਰਕੇ ਕਿਸਾਨ ਦੇਖੋ ਇੱਕ ਗੱਲ ਲਗਾਤਾਰ ਜਦੋਂ ਸੱਦਦੇ ਨੇ ਜਾ ਰਹੇ ਨੇ। ਜੀ। ਇਹ ਗੱਲ ਗਗਨ, ਗੱਲ ਹੁਣ ਕਈ ਲੋਕ ਬੀਜੇਪੀ ਵਾਲੇ ਕਹਿੰਦੇ ਨੇ ਵੀ ਕਿਸਾਨ ਜਿੱਦ ਤੇ ਬੈਠੇ। ਕਿਸਾਨ ਜਿੱਦ ਤੇ ਨਹੀਂ ਬੈਠੇ, ਕਿਸਾਨਾਂ ਨੂੰ ਜਿੱਦ ਤੇ ਬਿਠਾਇਆ ਗਿਆ। ਜੀ। ਕਿਹਨੂੰ ਕਿਹਾ ਸੀ? ਖੱਟੜ ਸਾਹਿਬ ਨੇ ਵੀ ਰੋਕਾਂ ਲਾ ਦਿਓ, ਪਾਣੀ ਦੀਆਂ ਵਿਛਾੜਾ ਪਾ ਦਿਓ। ਸਾਡੇ ਬਜ਼ੁਰਗ ਬਾਪੂ ਉੱਥੇ ਪਾਣੀ 'ਚ ਗਿੱਲੇ ਹੋਏ, ਕਈਆਂ ਨੂੰ ਨਮੂਨੀਏ ਹੋਏ, ਸੱਟਾਂ ਵੱਜੀਆਂ। ਦੇਖੋ ਜੀ ਕਿੰਨੇ ਉੱਥੇ ਸਾਡੇ ਦੇਸ਼ ਭਗਤ ਜਿਹੜੇ ਆਪਣੇ ਮੁੰਡੇ ਕੁੜੀਆਂ ਡਾਕਟਰ ਨੇ, ਸਮਾਜ ਸੇਵੀ ਨੇ, ਉਹਨਾਂ ਨੇ ਜਾ ਕੇ ਮੱਲਮ ਪੱਟੀਆਂ ਕੀਤੀਆਂ, ਦਵਾਈਆਂ ਲਾਈਆਂ, ਤਾਂ ਕਿਤੇ ਜਾ ਕੇ ਦਰਦ, ਹਜੇ ਵੀ ਕਈਆਂ ਦੇ ਦਰਦ ਹੁੰਦਾ ਜੀ, ਨੀਲ ਪਏ ਨੇ। ਬਿਲਕੁਲ। ਕਰੋ ਇਹਦੇ ਤੇ ਬਣਾਓ ਸਿੱਟ, ਜਾਂਚ ਕਰੋ। ਹੁਣ ਕੁੱਟ ਕੇ ਗਈਏ ਵੀ ਜਿੱਦ ਵੀ ਨਾ ਕਰੋ।
ਦੱਸੋ। ਜੀ ਪੰਜਾਬੀ ਕੁੱਟ ਨਹੀਂ ਖਾਂਦੇ, ਜੇ ਪੰਜਾਬੀ ਕੁੱਟ ਖਾਂਦੇ ਹੁੰਦੇ ਤੇ ਮੁਲਕ ਆਜ਼ਾਦ ਥੋੜੀ ਹੋਣਾ ਸੀ। ਗਗਨ? ਬਿਲਕੁਲ। ਫਿਰ ਤਾਂ ਭਗਤ ਸਿੰਘ ਵੀ ਸਮਝੌਤਾ ਕਰਕੇ ਆ ਜਾਂਦਾ ਵੀ ਨਹੀਂ ਨਹੀਂ ਮੈਂ ਜੇਲ੍ਹ 'ਚ ਨਹੀਂ ਜਾਣਾ, ਫਿਰ ਕਿੱਥੇ ਆਜ਼ਾਦ ਹੋਣਾ ਸੀ। ਭਗਤ ਸਿੰਘ ਤੋਂ ਤਾਂ ਪ੍ਰੇਰਨਾ ਲਈ ਦੀ ਆਪਾਂ, ਇਸੇ ਕਰਕੇ ਭਗਤ ਸਿੰਘ ਤੁਸੀਂ ਦੇਖੋ ਕੱਲਾ ਕੱਲਾ ਭਗਤ ਸਿੰਘ ਬਣਿਆ ਹੋਇਆ ਉੱਥੇ, ਬਿਲਕੁਲ। ਤਸਵੀਰਾਂ ਉੱਥੇ ਭਗਤ ਸਿੰਘ ਦੀਆਂ ਕਿੰਨੀਆਂ ਨੇ, ਤਾਂ ਹੀ ਭਗਤ ਸਿੰਘ ਦੀਆਂ ਤਸਵੀਰਾਂ ਲੱਗੀਆਂ ਨੇ ਨਾ, ਕਿ ਸਮਝੌਤੇ ਨਹੀਂ ਕੀਤੇ ਭਗਤ ਸਿੰਘ ਨੇ। ਬਿਲਕੁਲ ਹਾਂਜੀ ਬਿਲਕੁਲ। ਸੋ ਅਜਿਹੀ ਦੇਸ਼ ਭਗਤ ਨੇ ਜਿਨ੍ਹਾਂ ਨੂੰ ਲੈ ਕੇ ਸੰਘਰਸ਼ ਦੇ ਵਿੱਚ ਵੀ ਲਗਾਤਾਰ ਨੌਜਵਾਨ ਜੁੜੇ ਹੋਏ ਨੇ, ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨ ਕੇ ਲਗਾਤਾਰ ਉਹਨਾਂ ਦੀ ਨਾਅਰੇਬਾਜ਼ੀ ਵੀ ਹੁੰਦੀ ਹੈ। ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲਣ ਦੀ ਕੋਸ਼ਿਸ਼ ਲਗਾਤਾਰ ਨੌਜਵਾਨਾਂ ਦੇ ਵੱਲੋਂ ਉੱਥੇ ਕੀਤੀ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜਾ ਸਾਡੀਆਂ ਸਰਕਾਰਾਂ ਨੇ, ਸਾਡੀ ਪ੍ਰਸ਼ਾਸਨ ਵੀ ਹੈ, ਉਹ ਲਗਾਤਾਰ ਅਜਿਹੀਆਂ ਗੱਲਾਂ ਨੂੰ ਪੋਜ਼ਿਟਿਵ ਲਵੇ, ਤੇ ਕਿਉਂਕਿ ਸਾਡੇ ਹੀ ਦੇਸ਼ ਦੇ ਵਸਿੰਦੇ ਨੇ ਜੋ ਲਗਾਤਾਰ ਉੱਥੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਬੈਠਕ ਹੈ ਜੋ ਸਾਰਥਕ ਹੋਵੇ। ਪਿਛਲੀਆਂ ਮੀਟਿੰਗਾਂ ਦੇ ਵਾਂਗ ਸਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਇਹ ਨਾ ਕਹਿਣਾ ਪਵੇ ਕਿ ਮੀਟਿੰਗ ਫਿਰ ਬੇਸਿੱਟਾ ਰਹੀ ਹੈ, ਕਿਉਂਕਿ ਅੱਜ ਵੀ ਜਗ੍ਹਾ ਉਹੀ ਹੈ, ਸਮਾਂ ਉਹੀ ਹੈ ਤੇ ਮੰਤਰੀ ਵੀ ਉਹੀ ਨੇ। ਹੋ ਸਕਦਾ ਕਿ ਇੱਕ ਅੱਧੇ ਮੰਤਰੀ ਦੇ ਵਿੱਚ ਵਾਧਾ ਹੋ ਜਾਵੇ, ਪਰ ਜੋ ਹੁਣ ਤੱਕ ਦੀ ਸਾਡੇ ਤੱਕ ਰਿਪੋਰਟ ਪਹੁੰਚੀ ਹੈ ਤੇ ਮੰਤਰੀ ਵੀ ਉਹੀ ਹੋਣਗੇ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲੇ ਤੇ ਕਿਸਾਨ ਸਾਡੇ ਕੁਝ ਹੱਦ ਤੱਕ ਖੁਸ਼ ਹੋਣ। ਜਿਵੇਂ ਬੀਤੀ ਮੀਟਿੰਗ ਤੋਂ ਪਹਿਲਾਂ ਇੱਕ ਮੀਟਿੰਗ ਹੋਈ ਸੀ ਤੇ ਕੁਝ ਫੈਸਲੇ ਲਏ ਗਏ ਸੀ, ਸੋ ਕਿਸਾਨਾਂ ਨੇ ਉਹਦੀ ਪ੍ਰਸ਼ੰਸਾ ਕੀਤੀ ਸੀ। ਅੱਜ ਦੀ ਮੀਟਿੰਗ ਤੋਂ ਉਸ ਜੀ ਉਮੀਦ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਡੱਲਾ ਜੀ ਬਹੁਤ ਧੰਨਵਾਦ। ਬਹੁਤ ਧੰਨਵਾਦ।